ਸੋਰਠ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਜੁਗ ਚਾਰੇ ਭਰਮਾਈ ਹਮ ਦੀਨ। ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਜੁਗ ਚਾਰੇ ਭਰਮਾਈ ਹਮ ਦੀਨ। ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਸਤਿਗੁਰ ਦਾਤਾ ਮੇਲ ਮਿਲਾਵਹੁ। ਹਰਿ ਨਾਮ ਦੇਵਹੁ ਆਧਾਰੇ। ਰਹਾਉ ਮਨਸਾ ਮਾਰ ਦੁਬਿਧਾ ਸਹਿਜ ਸਮਾਣੀ। ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੁਆ। ਕਿਲ ਬਿਖ ਕਾਟਣ ਹਾਰਾ ਸ਼ਬਦ ਮਰਹੁ ਫਿਰ ਜੀਵਹੁ ਸਦਹੀ। ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੈ ਕੋਈ। ਦਾਤੈ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਈ। ਦਾਤੈ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਦੀ ਰਹਿਮਤ ਹੋਈ ਹੈ। ਹੁਣ ਤੱਕ ਦਾ ਸਮਾਂ ਪਿਆਰ ਤੇ ਭਾਣੇ ਵਿੱਚ ਬਤੀਤ ਹੋਇਆ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ।
ਰਹਿਮਤ ਪ੍ਰਾਪਤ ਹੋਈ। ਫਿਰ ਸਾਨੂੰ ਉੱਥੇ ਰੋਕਿਆ ਗਿਆ ਹੈ। ਯਾਦ ਰਹੇ 3 ਦਿਨ ਹੋ ਗਏ ਲਗਾਤਾਰ ਇੱਕੋ ਹੀ ਸ਼ਬਦ ਸਾਨੂੰ ਸ਼੍ਰੀ ਮੁਖਵਾਕ ਦੇ ਰੂਪ ਵਿੱਚ ਪ੍ਰਾਪਤ ਹੋ ਰਿਹਾ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਇਹ ਅਰਦਾਸ ਸਾਡੇ ਹਿਰਦੇ ਵਸ 'ਚ, ਜਿਵੇਂ ਅਸੀਂ ਕਦੇ ਕਦੇ ਕਹਿੰਦੇ ਇਹ ਅਰਦਾਸ ਹਮਾਰੀ ਸੁਆਮੀ ਬਿਸਰ ਨਾਹੀ ਸੁਖ ਦਾਤੇ। ਇਹ ਸਾਡੇ ਹਿਰਦਿਆਂ 'ਚ ਅਰਦਾਸ ਪੱਕਣੀ ਚਾਹੀਦੀ ਹੈ, ਟਿਕਣੀ ਚਾਹੀਦੀ ਹੈ ਕਿ ਇਹ ਸੱਚੇ ਪਾਤਸ਼ਾਹ ਅਸਾਂ ਗਲਤੀਆਂ ਭੁੱਲਾਂ ਕੀਤੀਆਂ ਹੋਣਗੀਆਂ, ਸਾਨੂੰ ਖਿਮਾਦਾਨ ਬਖਸ਼ਿਸ਼ ਕਰ ਦਿਓ, ਅਤੇ ਰਹਿਮਤ ਕਰਕੇ ਜੋ ਦੇ ਰਹੇ ਹੋ ਉਹਦੇ ਵਿੱਚ ਆਪਣਾ ਜੋ ਸਵਾਬਤਾ ਸਰੂਪ ਉਹਦੇ ਮੁਤਾਬਕ ਬਖਸ਼ਿਸ਼ ਹੋਵੇ। ਸਾਡੀ ਗਿਣਤੀ ਮਿਣਤੀ ਨਾ ਹੋਵੇ, ਸਾਡੇ ਕਰਮਾਂ ਦਾ ਲੇਖਾ ਨਾ ਲਿਆ ਜੇ, ਸਾਡੇ ਹਿਸਾਬ ਨਾ ਮੰਗਿਆ ਜੇ, ਕਿਉਂਕਿ ਸਾਨੂੰ ਪਤਾ ਹੈ ਲੇਖੇ ਕਤੇ ਨ ਛੁੱਟੀ ਹੈ। ਖਿਨ ਖਿਨ ਪੂਰਨਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਇਹ ਅਰਦਾਸਾਂ ਸਾਡੀਆਂ ਦ੍ਰਿੜ ਹੋ ਜਾਣ। ਇਹਦੇ ਨਾਲ ਫਿਰ ਸਾਨੂੰ ਗਿਆਨ ਵੀ ਤਾਂ ਹੋਵੇ ਨਾ। ਜਿੱਥੇ ਅਰਦਾਸ ਪਰਪੱਕਤਾ ਨਾਲ ਦ੍ਰਿੜ ਹੋ ਜਾਏ, ਉੱਥੇ ਸਾਨੂੰ ਪਤਾ ਵੀ ਹੋਵੇ ਕਿ ਜੋ ਹਾਲਾਤ ਨੇ ਸਾਡੇ, ਜੋ ਦੁੱਖ ਨੇ ਸਾਡੇ, ਇਹ ਕਿਉਂ ਹੋਣੇ। ਕਿਉਂਕਿ ਅਸੀਂ ਜਦੋਂ ਆਪਣੇ ਵੱਲ ਝਾਤ ਪਾਉਂਦੇ ਹਾਂ ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਦੁੱਖ ਅਸੀਂ ਸੰਸਾਰ ਦਾ ਲੈ ਕੇ ਬੈਠੇ ਹੁੰਦੇ ਹਾਂ। ਕਿਤੇ ਕਿਸੇ ਨੂੰ ਸਰੀਰਕ ਦੁੱਖ ਹੈ, ਕਿਸੇ ਨੂੰ ਪਰਿਵਾਰਕ ਹੈ, ਕਿਸੇ ਨੂੰ ਆਰਥਿਕ ਹੈ। ਕੋਈ ਭਾਈ ਆਪਣੀ ਅਰਥ ਮੰਡਲਾਂ ਤੋਂ, ਇਨਕਮਾਂ ਤੋਂ, ਵਪਾਰ ਤੋਂ ਪਰੇਸ਼ਾਨ ਹੈ। ਕੋਈ ਆਪਣੇ ਪਰਿਵਾਰ ਦੇ ਵਿੱਚ ਆਏ ਹੋਏ ਉਤਾਰ ਚੜਾਵਾਂ ਤੋਂ, ਅਤੇ ਕੋਈ ਸਰੀਰ ਦੇ ਵਾਧੇ ਘਾਟਿਆਂ ਤੋਂ। ਇਹਨਾਂ ਦੇ ਕੀ ਕਾਰਨ ਹੋਣਗੇ? ਸੰਸਾਰਕ ਤੌਰ 'ਤੇ ਅਸੀਂ ਇਹਨਾਂ ਦੀ ਵਿਆਖਿਆਵਾਂ ਅਲੱਗ-ਅਲੱਗ ਕਰਾਂਗੇ। ਕਿਤੇ ਖੁਰਾਕ ਨੂੰ, ਕਿਤੇ ਕਿਸੇ ਕਰਮ ਨੂੰ, ਕਿਤੇ ਜੀਅ ਨੂੰ ਦੋਸ਼ ਦਿਆਂਗੇ। ਪਰ ਸਤਿਗੁਰੂ ਜੀ ਨੇ ਜੋ ਸਾਨੂੰ ਇੱਕ ਸਭ ਤੋਂ ਵੱਡਾ ਕਾਰਨ ਦੱਸਿਆ ਹੈ, ਸ਼ਾਇਦ ਅਸੀਂ ਉਸ ਨੂੰ ਸਮਝ ਪਾਈਏ, ਔਰ ਸ਼ਾਇਦ ਉਹਦੇ ਮੁਤਾਬਕ ਜੇ ਕਿ ਉਸ ਨੂੰ ਸਵੀਕਾਰਤਾ ਦੇ ਨਾਲ ਸਵਾਰਨ ਦਾ ਯਤਨ ਕਰ ਲਈਏ ਤਾਂ ਇਹਦਾ ਪੱਸਾ ਬਦਲ ਵੀ ਸਕਦਾ ਹੈ। ਅੱਜ ਬੜਾ ਪਿਆਰਾ ਜਿਹਾ ਬਚਨ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬੁਝਾਈ। ਕਿਤੇ ਇੱਥੇ ਅਰਦਾਸ ਕਰ ਸਕੀ ਸੱਚੇ ਪਾਤਸ਼ਾਹ, ਹਮ ਦੀਨ ਤੁਮ ਜੁਗ ਜੁਗ ਦਾਤੇ। ਇਹ ਅਰਦਾਸ ਕਿਉਂ ਕਰਨੀ ਪੈ ਰਹੀ ਹੈ? ਕਿਉਂਕਿ ਅੱਜ ਸਾਡੇ ਪਰਿਵਾਰਾਂ 'ਚ, ਸਾਡੇ ਸੰਸਾਰ 'ਚ, ਸਾਡੇ ਨਿੱਜ 'ਤੇ ਕੋਈ ਦੁੱਖ ਹੈ। ਅਤੇ ਮਹਾਰਾਜ ਸਪਸ਼ਟ ਕਰਦੇ ਨੇ ਕਿ ਭਾਈ ਸੰਸਾਰ ਵਿੱਚ ਜਿਤਨੇ ਵੀ ਦੁੱਖ ਨੇ ਉਹ ਵਿਛੜਨ ਕਰਕੇ ਨੇ। ਵਿਛੋੜਾ ਦੁੱਖ ਗੁਰਬਾਣੀ 'ਚ ਬੜਾ ਸੁੰਦਰ ਦੱਸਿਆ ਕਿ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਵਿਛੋੜਾ ਹੈ। ਇੱਕ ਵਿਛੋੜਾ, ਇੱਕ ਦੁੱਖ ਭੂਖ। ਅਤੇ ਵਿਛੋੜਾ ਜਿਹੜਾ ਪਿਆ ਹੈ ਸਾਡਾ ਸਤਿਗੁਰੂ ਤੋਂ ਕਿਉਂ ਪਿਆ ਹੈ? ਕਿਉਂਕਿ ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਅਸੀਂ ਸੇਵਾ ਤੋਂ ਵਿਛੜੇ ਹਾਂ। ਯਾਦ ਰੱਖਣਾ, ਅਸੀਂ ਜਾਪ ਤੋਂ ਨਹੀਂ ਵਿਛੜੇ। ਬੜਾ ਜਾਪ ਕਰਦੇ ਹਾਂ, ਗਾਹੇ ਬਗਾਹੇ ਪਿਛਲੇ 25-30 ਵਰ੍ਹਿਆਂ ਤੋਂ। ਆਲੇ ਦੁਆਲੇ ਨੂੰ ਕਿਤੇ ਗੌਰ ਨਾਲ ਵੇਖਾਂਗੇ, ਲਗਾਤਾਰ ਅਖੰਡ ਜਾਪ ਨੇ, ਲਗਾਤਾਰ ਅਖੰਡ ਪਾਠ ਨੇ, ਲਗਾਤਾਰ ਲੜੀਆਂ ਚੱਲ ਰਹੀਆਂ ਨੇ। ਸਾਡੇ 'ਚੋਂ ਹਰ ਕੋਈ ਜੀਅ ਜੋ ਥੋੜ੍ਹੇ ਬਹੁਤੇ ਵੀ ਵਿਗਿਆਨ ਦੀ ਟੈਕਨੋਲੋਜੀ ਵਰਤਦਾ ਹੈ, ਉਹ ਦਿਨ ਰਾਤ ਸੁਣ ਸਕਦਾ ਹੈ, ਹਰ ਰੂਪ ਦੇ ਵਿੱਚ ਸੁਣ ਸਕਦਾ ਹੈ। ਪਰ ਜਿੰਨਾ ਸਾਡੇ ਕੋਲ ਚੀਜ਼ਾਂ ਪ੍ਰਾਪਤ ਨੇ ਨਾ, ਉਤਨਾ ਹੀ ਸਾਡੀ ਜੋ ਨਿੱਜ ਦੀ ਪਕੜ ਹੈ ਉਹ ਢਿੱਲੀ ਹੋ ਗਈ ਹੈ। ਜਿੰਨੀ ਸਾਡੇ ਅੰਦਰ ਡਿਮਾਂਡ ਹੁੰਦੀ ਸੀ ਨਾ ਪਹਿਲਾਂ, ਅਸੀਂ ਜੋ ਪੁਰਾਣੇ ਲੋਕਾਂ ਦੀ ਸਾਖੀਆਂ ਬਜ਼ੁਰਗਾਂ ਦੀਆਂ ਨੂੰ ਪੜ੍ਹਦੇ ਹਾਂ, ਜਾਂ ਜਿਨ੍ਹਾਂ ਕਿਤੇ ਵਡੇਰਿਆਂ ਦੇ ਨਾਲ ਥੋੜ੍ਹਾ ਬਹੁਤਾ ਜਾਤੀ ਸੰਪਰਕ ਵਾਹ ਪਿਆ ਹੋਏਗਾ ਅਤੇ ਪੁੱਛਾਂਗੇ, ਪਤਾ ਲੱਗੇਗਾ ਵੀ ਉਦੋਂ ਉਹਨਾਂ ਦੇ ਅੰਦਰ ਕੀਰਤਨ ਸੁਣਨ ਦਾ, ਬਾਣੀ ਸੁਣਨ ਦਾ, ਪਾਠ ਸੁਣਨ ਦਾ ਜੋ ਇੱਕ ਤੜਪ ਹੁੰਦੀ ਸੀ, ਉਹ ਅੱਜ ਸਾਡੇ ਅੰਦਰ ਨਾ ਵਿਅਕਤੀਗਤ ਹੈ, ਨਾ ਸਾਡੇ ਪਰਿਵਾਰਿਕ ਹੈ,
ਨਾ ਸਾਡੇ ਸਮੂਹਕ ਹੈ। ਆ ਵਡੇਰਿਆਂ ਨੂੰ ਯਾਦ ਹੋਏਗਾ ਅੱਜ 40-50 ਸਾਲ ਪਹਿਲਾਂ, ਬਹੁਤੀ ਗੱਲ ਨਹੀਂ ਅਜੇ, ਸ਼੍ਰੀ ਅਖੰਡ ਪਾਠ ਸਾਹਿਬ ਕਿਤੇ ਹੋਣੇ ਅਤੇ ਲੋਕਾਂ ਨੇ ਬਿਨਾਂ ਸੱਦਿਆਂ ਵੀ ਮੱਥਾ ਟੇਕਣ ਚਲੇ ਜਾਣਾ। ਅਤੇ ਖਾਸ ਕਰਕੇ ਜਦੋਂ ਭੋਗ ਵਾਲੇ ਦਿਨ ਕਬੀਰ ਫਰੀਦ ਸਾਹਿਬ ਦੇ ਸ਼ਲੋਕਾਂ ਦਾ ਵਕਤ ਆਉਣਾ ਅਤੇ ਉੱਥੇ ਜਿੰਨੇ ਥਾਂ 'ਚ ਵੀ ਪ੍ਰਕਾਸ਼ ਕੀਤਾ ਹੋਣਾ, ਕੋਠੜੀ ਕਮਰਾ ਭਰਿਆ ਹੋਣਾ ਅਤੇ ਉਚੇਚੀ ਡਿਮਾਂਡ ਹੋਣੀ ਸ਼ਹਿਰਾਂ ਵਿੱਚ ਵੀ ਪਿੰਡਾਂ ਵਿੱਚ ਵੀ, ਭਾਈ ਇਸ ਸਮੇਂ 'ਤੇ ਉਸ ਪਾਠੀ ਦੀ ਵਾਰੀ ਲਾਈ ਜਾਏ ਜਿਹੜਾ ਪਾਠੀ ਸਪਸ਼ਟ ਪਾਠ ਕਰੇ, ਜਿਹਦਾ ਪਾਠ ਸਮਝ ਆਵੇ। ਔਰ ਇਹ ਅਸਾਂ ਨੇ ਜਦੋਂ ਆਰੰਭ ਕੀਤਾ 30 ਕੁ ਸਾਲ ਪਹਿਲਾਂ, ਮੈਨੂੰ ਯਾਦ ਹੈ ਸੀ ਜਦੋਂ ਇਸ ਪਾਸੇ ਸ਼ੁਰੂਆਤ ਕੀਤੀ, ਉਦੋਂ ਤੱਕ ਡਿਮਾਂਡ ਬਰਕਰਾਰ ਸੀ ਕਿ ਭਾਈ ਸਵਈਆਂ ਦਾ ਪਾਠ ਕਰਨ ਵਾਸਤੇ ਸ਼ੁੱਧ ਪਾਠੀ ਜਿਹਦਾ ਉਚਾਰਨ ਸ਼ੁੱਧ ਹੋਵੇ, ਲਏ ਸੁਰਤਾਲ ਹੋਵੇ। ਖਾਸ ਕਰਕੇ ਸਾਡੇ ਸਮਾਜ 'ਚ ਬਾਬਾ ਕਬੀਰ ਸਾਹਿਬ ਦੇ, ਫਰੀਦ ਸਾਹਿਬ ਦੇ ਇਹਨਾਂ ਸ਼ਲੋਕਾਂ ਦੀ ਬੜੀ ਮੰਗ ਸੀ। ਲੋਕ ਟਿਕ ਕੇ ਸੁਣਦੇ ਸੀ। ਕਿਤੇ ਗੁਰਦੁਆਰਾ ਸਾਹਿਬਾਨ ਪਾਠ ਰੱਖੇ ਹੋਣੇ ਤਾਂ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਸੰਗਤਾਂ ਦੇ ਇਕੱਠ ਹੋਣੇ, ਪਰ ਅੱਜ ਨਹੀਂ ਹੈ। ਅੱਜ ਇੱਕ ਗੁਰਦੁਆਰਾ ਸਾਹਿਬ 4-4 ਅਖੰਡ ਪਾਠ ਰੱਖੇ ਹੁੰਦੇ ਨੇ ਅਤੇ ਸੁਣਨ ਵਾਲੇ ਕਿੰਨੇ ਹੁੰਦੇ ਨੇ। ਪਾਠੀ ਆਪੇ ਕਰ ਲਓ ਅਤੇ ਆਪੇ ਸੁਣ ਲਓ, ਇੰਨਾ ਬਹੁਤ ਹੈ। ਘਰਾਂ ਦੇ ਵਿੱਚ ਵੀ ਖਿਮਾ ਕਰਨਾ ਕਰਵਾਉਂਦੇ ਹੀ ਹੋ ਨਾ, ਕਿੰਨਾ ਕੁ ਬੈਠੇ ਹੁੰਦੇ ਹੋ। ਆ ਘਰਾਂ 'ਚ ਅਖੰਡ ਪਾਠ ਸਾਹਿਬ ਹੁੰਦੇ ਨੇ, ਕਿੰਨੇ ਕੁ ਜੀਅ ਹੁੰਦੇ ਨੇ ਜਿਹੜੇ ਰਾਤ ਭਰ ਬੈਠ ਕੇ ਸੁਣਦੇ। ਦਿਨ ਤੇ ਕਾਰ ਵਿਹਾਰਾਂ 'ਚ ਗੁਜ਼ਰ ਜਾਂਦੇ ਨੇ, ਪਿਛਲੇ ਰਾਤ ਹੀ 2 ਘੰਟੇ 4 ਘੰਟੇ ਟਿਕ ਕੇ ਬਹਿ ਕੇ ਆਖੀਏ ਭਾਈ ਆ 2 ਘੰਟੇ ਪਾਠ ਸੁਣਾਓ। ਕੋਈ ਨਹੀਂ, ਕਿਤੇ ਸ਼ਾਇਦ ਇੱਕਾ ਦੁੱਕਾ ਹੀ ਨਹੀਂ ਕਿ ਸਭ ਕੁਛ ਨਾਸ਼ ਹੋ ਗਿਆ ਹੈ, ਲੇਕਿਨ ਪਰਸੈਂਟੇਜ ਇਤਨੀ ਘਟ ਗਈ ਹੈ ਕਿ ਸ਼ਾਇਦ 5% ਵੀ ਐਸੀ ਡਿਮਾਂਡ ਨਹੀਂ ਰਹਿ ਗਈ ਕਿ ਭਾਈ ਸਮੇਂ ਦੀ ਕੋਈ ਗੱਲ ਨਹੀਂ, ਘੰਟਾ ਵੱਧ ਲੱਗ ਜੇ ਕੋਈ ਦਿੱਕਤ ਨਹੀਂ। ਜ਼ਰੂਰੀ ਕਿਤੇ ਲਿਖ ਕੇ ਥੋੜ੍ਹਾ ਲਾਇਆ ਕਿ 48 ਘੰਟੇ ਹੀ ਲਾਉਣੇ ਨੇ, 49 ਲੱਗ ਜਾਣਗੇ, 50 ਲੱਗ ਜਾਣਗੇ। ਪਾਠ ਪਿਆਰ ਨਾਲ ਕੀਤਾ ਜਾਏ, ਗੱਲ ਹੀ ਮੁੱਕ ਗਈ ਹੁਣ। ਤੇ ਬਸ ਆਰਟੀਫਿਸ਼ਲ ਹੈ ਬਸ। ਅਤੇ ਜੇ ਹਾਲਤ ਰਹੇ ਤਾਂ ਸ਼ਾਇਦ 100 ਸਾਲ ਬਾਅਦ ਰਿਕਾਰਡਿੰਗ ਹੋਏਗੀ ਇੱਕ ਵੱਡਨ ਤਬਤਾ 24 ਘੰਟੇ 48 ਘੰਟੇ। ਚਲੋ ਜੀ, ਕਿਉਂਕਿ ਅਸੀਂ ਸਿਰਫ ਰਸਮਾਂ ਪੂਰੀਆਂ ਕਰਦੇ ਆ, ਦਿਖਾਵਾ ਪੂਰਾ ਕਰ ਰਹੇ। ਨਤੀਜਾ ਕੀ ਹੈ? ਠੀਕ ਹੈ, ਸਾਡੇ ਬਾਹਰਲੇ ਸਟਰਕਚਰ ਬੜੇ ਸੁੰਦਰ ਹੁੰਦੇ ਜਾ ਰਹੇ ਨੇ, ਪਰ ਅੰਦਰੋਂ ਅਸੀਂ ਟੁੱਟਦੇ ਜਾ ਰਹੇ ਹਾਂ, ਖੋਖਲੇ ਹੁੰਦੇ ਜਾ ਰਹੇ ਹਾਂ। ਆਪਣੇ ਖੋਖਲੇਪਨ ਨੂੰ ਦੇਖਣਾ ਨਾ, ਅਸੀਂ ਗੱਲ ਗੱਲ 'ਤੇ ਛਿੱਥੇ ਪੈਂਦੇ ਹਾਂ। ਸਾਡਾ ਸੰਤੋਖ, ਸਾਡਾ ਸਬਰ, ਸਾਡੀ ਸਹਿਨਸ਼ੀਲਤਾ, ਇਹ ਪਤਾ ਹੀ ਨਹੀਂ ਕਿੱਥੇ। ਬੱਚੇ ਮਾਂ ਪਿਓ ਦੇ ਗਲ ਪੈਂਦੇ ਨੇ, ਮਾਂ ਪਿਓ ਭੈਣ ਭਰਾ ਇੱਕ ਦੂਜੇ ਦੇ, ਅਸੀਂ ਨਿੱਕੀ ਨਿੱਕੀ ਗੱਲਾਂ 'ਤੇ ਛਿੱਥੇ ਪੈ ਰਹੇ। ਸਹਿਨਸ਼ੀਲਤਾ ਜਿਹੜੀ ਆ, ਸਬਰ, ਸੰਤੋਖ, ਹਲੀਮੀ, ਵਿਨਮਰਤਾ, ਪਿਆਰ, ਮਿਠਾਸ ਸਾਡੇ ਅੰਦਰੋਂ ਸੁੱਕਦੀਆਂ ਜਾ ਰਹੀਆਂ, ਉੱਡਦੀਆਂ ਜਾ ਰਹੀਆਂ। ਕਿਉਂ? ਕਿਉਂਕਿ ਸਾਡੇ ਅੰਦਰ ਵਿਕਾਰਾਂ ਦਾ, ਸੰਸਾਰ ਦੇ ਪ੍ਰਭਾਵਾਂ ਦਾ ਸੇਕ ਵੱਧ ਰਿਹਾ ਹੈ। ਅੱਜ ਜਿਵੇਂ ਹੁਣ ਵਾਤਾਵਰਣ 'ਚ ਦੇਖਣਾ ਨਾ, ਅਸੀਂ ਹੁਣ ਜਿਉਂ-ਜਿਉਂ ਅਪ੍ਰੈਲ ਤੋਂ ਲੈ ਕੇ ਜੂਨ ਜੁਲਾਈ ਤੱਕ ਗਰਮੀ ਵਧ ਰਹੀ ਹੈ। ਅੱਜ ਛੋਟੇ ਛੋਟੇ ਟੋਭਿਆਂ ਦਾ, ਛੋਟੇ ਛੋਟੇ ਛੱਪੜਾਂ ਦਾ ਪਾਣੀ ਸੁੱਕ ਜਾਣਾ, ਵੱਡੇ ਸਰੋਵਰ ਅਤੇ ਤਲਾਈ ਬਰਕਰਾਰ ਰਹਿਣੇ, ਛੋਟੇ ਸਭ ਸੁੱਕ ਜਾਣੇ ਨੇ, ਛੋਟੀਆਂ ਨਦੀਆਂ ਸੁੱਕ ਜਾਣੀਆਂ ਨੇ। ਇਸੇ ਤਰ੍ਹਾਂ ਜਦੋਂ ਕਿਤੇ ਗਰਮੀ ਵੱਧਦੀ, ਵਿਕਾਰਾਂ ਦੀ, ਮਾਹੌਲ ਦੀ, ਅਤੇ ਨਿੱਕੇ ਮੋਟੇ ਜੀਅ ਸੁੱਕ ਜਾਂਦੇ ਨੇ, ਛਿੱਥੇ ਪੈਂਦੇ ਨੇ, ਦਰਅਸਲ ਕੁਮਲਾ ਜਾਂਦੇ ਨੇ, ਟੁੱਟ ਜਾਂਦੇ ਨੇ। ਹਾਲਾਤ ਇਹਨਾਂ ਦੇ ਇਹੀ ਹੈ ਕਿ ਜਿਵੇਂ ਕੋਈ ਛੋਟੀ ਮੋਟੀਆਂ ਧਾਰਾਵਾਂ ਨਦੀ ਤੋਂ ਵਿਛੜ ਗਈਆਂ, ਪਿੱਛੋਂ ਸਪਲਾਈ ਬੰਦ ਹੋ ਗਈ, ਹੁਣ ਹਾਲਾਤ ਮੁੱਕ ਗਈ ਹੈ। ਸਤਿਗੁਰੂ ਨੂੰ ਸੇਵਣ ਤੋਂ ਬਿਨਾਂ ਦੁੱਖ ਲੱਗਦਾ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਦੀ ਗਾਥਾ 'ਚੋਂ ਇੱਕ ਆਪਣਾ ਨਿੱਕਾ ਜਿਹਾ ਸਲੋਕ ਸੰਵਾਦ ਰੂਪ 'ਚ ਸਾਹਮਣੇ ਰੱਖਦਾ। ਸ਼ਲੋਕ ਵਾਰਾਂ ਤੇ ਵਧੀਕ 'ਚੋਂ ਕਦੇ ਪਾਠ ਕਰਦਿਆਂ ਪੜ੍ਹਨਾ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਬਹੁਤ ਲੰਮੀਆਂ ਯਾਤਰਾਵਾਂ ਕੀਤੀਆਂ, ਔਰ ਬਹੁਤੀਆਂ ਯਾਤਰਾ ਅਮੂਮਨ ਪੈਦਲ ਕੀਤੀਆਂ, ਕਿਉਂਕਿ ਸਮੁੰਦਰਾਂ ਵਿੱਚ ਹੀ ਕਿਤੇ ਬੇੜੀਆਂ ਜਹਾਜ਼ਾਂ 'ਤੇ ਸਫ਼ਰ ਹੈ, ਬਾਕੀ ਤਾਂ ਸਾਰਾ ਪੈਦਲ ਹੀ ਹੈ। ਉਹਨਾਂ ਪੈਦਲ ਸਫ਼ਰਾਂ ਦੇ ਵਿੱਚੋਂ ਪਤਾ ਨਹੀਂ ਕਿਤਨੇ ਕੁ ਤੀਰਥ ਦਰਿਆ ਪਾਰ ਕੀਤੇ ਹੋਣੇ ਨੇ। ਲੰਘਦੇ ਲੰਘਦੇ ਇੱਕ ਤਲਾਬ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਆਪਣੇ ਸ਼ਬਦਾਂ 'ਚ ਕੀਤਾ। ਕਿਤੇ ਸੋਹਣੇ ਵਕਤਾਂ 'ਚੋਂ ਇੱਕ ਤਲਾਬ ਦੇ ਲਾਗੋਂ ਦੀ ਲੰਘੇ, ਕੁਝ ਪਲ ਗੁਜ਼ਾਰੇ ਹੋਣਗੇ ਉੱਥੇ ਬੈਠ ਕੇ, ਸੋਹਣਾ ਲੱਗਾ। ਕਮਲ ਖਿੜੇ ਹੋਏ ਨੇ, ਆਲੇ ਦੁਆਲੇ ਰੌਣਕ ਹੈ, ਲੋਕ ਆਉਂਦੇ ਜਾਂਦੇ ਨੇ, ਰਾਹੀ ਪਾਂਧੀ ਬੈਠਦੇ ਨੇ, ਬਾਲ ਬੱਚੇ ਖੇਡਦੇ ਨੇ, ਰੌਣਕ ਲੱਗੀ ਹੋਈ ਰਹਿੰਦੀ ਹੈ।
ਪਕਸ਼ੀ ਆਉਂਦੇ ਨੇ, ਗੂੰਜ ਪੈਂਦੀ ਹੈ। ਮਹਾਰਾਜ ਕਿਤੇ ਕੁਝ ਸਮੇਂ ਬਾਅਦ ਫਿਰ ਉਸ ਰਸਤੇ ਲੰਘੇ, ਦੇਖਿਆ ਹੁਣ ਤਲਾਅ ਸੁੱਕਾ ਪਿਆ ਹੈ, ਨਿੱਕੇ ਮੋਟੇ ਜੀਅ ਜੰਤ ਵਿਚਾਰੇ ਮਰ ਗਏ ਨੇ, ਕਮਲ ਸੁੱਕ ਗਏ ਨੇ। ਜਿੱਥੇ ਰੌਣਕ ਸੀ ਉੱਥੇ ਉਜਾੜ ਪੈ ਗਈ ਹੈ, ਜਿੱਥੇ ਖੁਸ਼ਬੂ ਸੀ ਕਮਲਾਂ ਦੀ ਉੱਥੇ ਹੁਣ ਦੁਰਗੰਧ ਬਦਬੂ ਹੋ ਗਈ ਹੈ। ਮਹਾਰਾਜ ਰੁਕ ਗਏ। ਸਾਡੇ ਵਰਗੇ ਹੁੰਦੇ ਤੇ ਨੱਕ ਮੂੰਹ ਵੱਟ ਕੇ ਲੰਘ ਜਾਂਦੇ, ਪਰ ਮਹਾਰਾਜ ਰੁਕ ਗਏ। ਉਸ ਸੁਰਤਲਾ ਨਾਲ ਗੱਲ ਕੀਤੀ, ਤਲਾ ਤੈਨੂੰ ਕੀ ਹੋ ਗਿਆ ਜੀ? ਬੜਾ ਪਿਆਰਾ ਜਿਹਾ ਬਚਨ ਕਦੇ ਆਪਨੇ ਪਾਠ ਕਰਦੇ ਪੜ੍ਹੇ ਹੋਣ, ਪੱਬਰ ਤੂੰ ਹਰਿਆਵਲਾ। ਪੱਬਰ ਕਹਿੰਦੇ ਨੇ ਤਲਾ ਨੂੰ ਪੁਰਾਣੀ ਭਾਸ਼ਾ 'ਚ। ਪੱਬਰ ਤੂੰ ਹਰਿਆਵਲਾ, ਕਮਲਾ ਕੰਚਨ ਵੰਨ, ਕਹਿ ਦੁਖੜੇ ਸੜਿਓਏ, ਕਾਲੀ ਹੋਈ ਆ ਦੇਹੁਰੀ। ਕੀ ਹੋ ਗਿਆ ਤੈਨੂੰ? ਕੀ ਦੁੱਖ ਲੱਗਾ ਈ? ਤੇਰੀ ਦੇਹੁਰੀ ਸਾਰਾ ਸਰੂਪ ਕਾਲਾ ਹੋ ਗਿਆ। ਕਿੱਥੇ ਖੇੜਾ ਸੀ, ਆਨੰਦ ਸੀ। ਪੱਬਰ ਤੂੰ ਹਰਿਆਵਲ ਹੈ, ਤਲਾਅ ਤੋਂ ਤੇ ਹਰਿਆਵਲ ਬੜੀ ਸੀ। ਕਮਲਾ ਕੰਚਨ ਵੰਨ, ਕਮਲ ਪੁਰਖੜੇ ਸੁੰਦਰਤਾ ਸੋਨੇ ਵਰਗੀ ਸੀ ਤੇਰੀ। ਕਹਿ ਦੁਖੜੇ ਸੜੇ ਹੋਏ, ਆਖਰ ਕੀ ਗੁਨਾਹ ਕੀਤਾ ਈ ਕਿ ਸੜ ਗਿਆ? ਆਖਰ ਕੀ ਦੁੱਖ ਲੱਗਾ ਤੈਨੂੰ? ਸੜ ਕਿਉਂ ਗਿਆ? ਸੁੱਕ ਕਿਉਂ ਗਿਆ? ਤੇਰੀ ਹਰਿਆਵਲ, ਤੇਰਾ ਖੇੜਾ ਸਭ ਮੁੱਕ ਕਿਉਂ ਗਿਆ ਹੈ? ਉਹਨੇ ਭਰੇ ਮਨ ਤਲਾਅ ਨੇ ਪਤਾ ਕੀ ਕੀਤਾ? ਨਾਨਕ ਮੈਂ ਤਨ ਭੰਗ, ਮੈਂ ਟੁੱਟ ਗਿਆ, ਆਪਣੇ ਮੂਲ ਤੋਂ ਟੁੱਟ ਗਿਆ। ਤਨ ਭੰਗ, ਜਿਵੇਂ ਆਪਾਂ ਕਦੇ ਕਦੇ ਨੇ ਕਹਿੰਦੇ ਕੋਈ ਅੰਗ ਟੁੱਟ ਜਾਏ, ਕੱਟ ਜਾਏ ਤੇ ਸੁੱਕ ਜਾਂਦਾ। ਮੰਨ ਲਓ ਹੁਣ ਸਾਡਾ ਹੱਥ ਬੜਾ ਚੰਗਾ ਬਲਵਾਨ ਹੈ, ਕਿਸੇ ਕਾਰਨ ਇਹ ਕੱਟ ਜਾਏ ਤੇ ਇਹਦੀ ਕਿੰਨੀ ਕੁ ਕੀਮਤ ਰਹੇਗੀ? ਆਹ ਰੁੱਖ ਦੀਆਂ ਟਾਹਣੀਆਂ ਤੇ ਫੁੱਲ ਖਿੜੇ ਨੇ, ਟਾਹਣੀ ਜੜ੍ਹ ਤੋਂ ਟੁੱਟ ਜਾਏ ਤੇ ਫੁੱਲ ਸੁੱਕ ਜਾਣੇ। ਕਹਿਣ ਲੱਗਾ ਬਾਬਾ ਮੈਂ ਤਨ ਭੰਗ। ਕਹਿਣ ਲੱਗੇ ਕੀ ਹੋਇਆ, ਟੁੱਟਾ ਕਿਉਂ? ਕਹਿਣ ਲੱਗਾ ਜਾਣਾ ਸੇਤੀ ਨਾਲ ਹਾਂ, ਜੈ ਸੇਤੀ ਮੇਰਾ ਸੰਗ। ਜਿਹਦੇ ਨਾਲ ਮੇਰਾ ਸੰਗ ਸੀ ਤੇ ਜਿਸ ਤੋਂ ਮੈਨੂੰ ਜੀਵਨ ਮਿਲਦਾ ਸੀ, ਉਹ ਤੋਂ ਟੁੱਟ ਗਿਆ। ਇੱਦਾਂ ਤੇ ਸਾਰੇ ਅਸੀਂ ਜਾਣਦੇ ਹਾਂ ਕਿ ਇਹਨਾਂ ਤਲਾਵਾਂ ਨੂੰ ਪਾਣੀ ਕਿਤਿਓਂ ਮਿਲਦਾ ਹੈ ਨਾ। ਧਰਤੀ ਹੇਠ ਕੋਈ ਸੋਤ ਹੁੰਦੇ ਨੇ ਜਿਨ੍ਹਾਂ ਤੋਂ ਪਾਣੀ ਇਹਨਾਂ ਨੂੰ ਸਪਲਾਈ, ਅੱਜ ਕੱਲ੍ਹ ਕੀ ਵਾਟਰ ਸਪਲਾਈ ਚੇਨ ਹੁੰਦੀ ਕੁਦਰਤੀ, ਇਹਨਾਂ ਦੀ ਸਰੋਤ ਹੁੰਦੇ ਨੇ ਧਰਤੀ ਦੇ ਹੇਠਾਂ ਜੋ ਇਹਨਾਂ ਨੂੰ ਪਾਣੀ ਮਿਲਦਾ। ਮੈਂ ਉਸ ਆਪਣੇ ਸਰੋਤ ਤੋਂ, ਮੂਲ ਸਰੋਤ ਤੋਂ ਟੁੱਟ ਗਿਆ ਸੀ। ਮੇਰੀ ਪਾਣੀ ਦੀ ਸਪਲਾਈ ਬੰਦ ਹੋ ਗਈ, ਮੈਨੂੰ ਪਾਣੀ ਮਿਲਣਾ ਬੰਦ ਹੋ ਗਿਆ। ਤੇ ਪਾਣੀ ਮਿਲਣਾ ਬੰਦ ਹੋ ਗਿਆ ਤੇ ਜਿੰਨਾ ਕੋ ਪਾਣੀ ਸੀ ਸਮੇਂ ਦੇ ਨਾਲ ਸੁੱਕ ਗਿਆ। ਅੱਜ ਮੈਂ ਵੀ ਸੁੱਕ ਗਿਆ, ਕਾਲਾ ਹੋ ਗਿਆ। ਅਸੀਂ ਆਪਣੇ ਜੀਵਨਾਂ ਨੂੰ ਦੇਖਦੇ ਹਾਂ, ਪਰਿਵਾਰਾਂ ਨੂੰ, ਸਮੂਹ ਨੂੰ। ਸਾਡੇ 'ਚ ਖੇੜਾ ਹੈ ਕਿਤੇ? ਕਿਤਨੇ ਕੁ ਪਰਿਵਾਰ ਆ ਅਸੀਂ ਆਪਣੇ ਵੱਲ ਦੇਖਣਾ ਕਿਤੇ, ਜਿਹੜੇ ਅਸੀਂ ਸਾਰਾ ਟੱਬਰ ਕਿਤੇ ਬੈਠ ਕੇ ਕੋਈ ਡਿਨਰ, ਕੋਈ ਲੰਚ ਇਕੱਠੇ ਕਰਦੇ ਹੋਈਏ, ਜਿਸ ਸਾਡਾ ਖੇੜਾ ਹੋਵੇ, ਹਾਸੇ ਹੋਣ, ਮਜ਼ਾਕ ਹੋਵੇ, ਬਿਨਾਂ ਤਾਨਿਆਂ, ਬਿਨਾਂ ਕਟਾਕਸ਼ ਤੋਂ, ਬਿਨਾਂ ਕਿਸੇ ਮਾਨਸਿਕ ਪ੍ਰੈਸ਼ਰ ਤੋਂ ਅਸੀਂ ਬੈਠ ਕੇ ਰੋਟੀ ਖਾਂਦੇ ਹੋਈਏ, ਹਾਸੇ ਖੇਡਦੇ ਹੁਣ ਸਾਡੇ ਘਰਾਂ 'ਚੋਂ ਕਿਤੇ ਹਾਸਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਹੋਣ। ਅਸੀਂ ਇਕੱਲੇ ਇਕੱਲੇ ਘਰ 'ਚ ਬੈਠੇ ਹੋਏ ਵੀ ਇਕੱਲੇ ਇਕੱਲੇ ਹੁੰਦੇ ਹਾਂ। ਇੱਕ ਸੁੱਤਾ ਤੇ ਦੂਜਾ ਜਾਗਦਾ, ਦੂਜਾ ਜਾਗਦਾ ਤੇ ਤੀਜਾ ਸੁੱਤਾ ਹੈ, ਕਿਉਂਕਿ ਅਸੀਂ ਇਕੱਲੇ ਹੋ ਗਏ ਹਾਂ। ਵੇਖਣ ਨੂੰ ਅਸੀਂ ਸਮੂਹਕ ਵੱਡੇ ਵੱਡੇ ਸ਼ਹਿਰਾਂ 'ਚ ਰਹਿ ਰਹੇ ਹਾਂ, ਵੇਖਣ ਨੂੰ ਸਾਡੇ ਘਰ ਬੜੇ ਵੱਡੇ ਨੇ, ਇਕੱਠੇ ਹਾਂ, ਪਰ ਜਦੋਂ ਅਸੀਂ ਦਾਰਸ਼ਨਿਕ ਦ੍ਰਿਸ਼ਟੀ ਨੂੰ ਦੇਖਦੇ ਹਾਂ ਅਸੀਂ ਇਕੱਲੇ ਹੋ ਗਏ ਹਾਂ, ਬਿਲਕੁਲ ਇਕੱਲੇ। ਸ਼ਾਇਦ ਇਸੇ ਕਰਕੇ ਅੱਜ ਸਾਡੇ ਘਰਾਂ 'ਚ ਬਹੁਤ ਗਿਣਤੀ 'ਚ ਡਿਪਰੈਸ਼ਨ ਦੇ ਮਰੀਜ਼ ਨੇ। ਆ ਸਾਈਕੈਟ੍ਰਿਕ ਡਾਕਟਰਾਂ ਕੋਲ ਜਾ ਕੇ ਦੇਖੀ ਲਾਈਨ ਲੱਗੀ ਹੁੰਦੀ ਹੈ, ਸਾਈਕੋਲੋਜਿਸਟ ਦੇ ਕੋਲ ਲਾਈਨ ਲੱਗੀ ਹੋਈ ਹੈ। ਕਿਉਂ ਲੱਗਦੀ ਲਾਈਨ? ਕਿਉਂਕਿ ਅਸੀਂ ਇਕੱਲੇ ਹੋ ਗਏ। ਜਿੱਥੋਂ ਸਾਨੂੰ ਜੀਵਨ ਮਿਲਦਾ ਸੀ ਉੱਥੋਂ ਟੁੱਟ ਗਏ। ਪਰਿਵਾਰ ਤੋਂ ਇੱਕ ਜੀਵਨ ਮਿਲਦਾ ਹੁੰਦਾ ਸੀ, ਪਰਿਵਾਰ ਤੋਂ ਟੁੱਟ ਗਏ। ਆਪਣੇ ਗੁਰੂ ਤੋਂ ਇੱਕ ਜੀਵਨ ਮਿਲਦਾ ਸੀ, ਗੁਰੂ ਤੋਂ ਵੀ ਟੁੱਟ ਗਏ। ਤੇ ਨਤੀਜਾ ਦੁੱਖ ਲੱਗਾ। ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ। ਜਿੱਥੋਂ ਮੈਨੂੰ ਜੀਵਨ ਜਲ ਮਿਲਦਾ ਸੀ ਮੈਂ ਉੱਥੋਂ ਹੀ ਟੁੱਟ ਗਿਆ। ਬਸ ਕੰਮ ਹੋਰ ਨਹੀਂ ਕੁਝ ਹੈ। ਜਿਵੇਂ ਸਾਰੇ ਬਲਬ ਪੱਖੇ ਜਗਦੇ ਨੇ, ਆ ਪੂਰੇ ਵੱਡੇ ਹਾਲ ਦੀ ਲਾਈਨ ਕਿਤੇ ਪਿੱਛੇ ਇੱਕ ਛੋਟਾ ਜਿਹਾ ਫਿਊਜ਼ ਉੱਡ ਜਾਏ ਤੇ ਨਾ ਇਹ ਕਿਸੇ ਕੈਮਰੇ ਚੱਲਣਾ ਤੇ ਨਾ ਲਾਈਟ ਤੇ ਨਾ ਪੱਖਾ, ਕੁਛ ਵੀ ਤੇਰਨਾ। ਕੀ ਹੈ? ਅੱਖ ਜੀ ਟੁੱਟ ਗਿਆ ਕਨੈਕਸ਼ਨ। ਅੱਜ ਕੱਲ੍ਹ ਕਿਸੇ ਬੱਚੇ ਨੇ ਕਹਿਣਾ ਕਿ ਡਿਸਕਨੈਕਟ ਹੋ ਗਿਆ ਜੀ, ਤਾਰ ਟੁੱਟ ਗਈ ਹੈ। ਬਸ ਉਹ ਤਾਰ ਤੇ ਟੁੱਟ ਜਾਂਦੀ ਸਾਡੀ, ਜਿਹਨੂੰ ਲਿਵਦੀ ਤਾਰ ਤੇ ਟੁੱਟ ਗਈ ਸਾਡੀ। ਉਹ ਲਿਵਦੀ ਤਾਰ ਟੁੱਟਣ ਕਰਕੇ ਅੱਜ ਸਾਡੇ ਅੰਦਰ ਕਲੇਸ਼ ਹੈ। ਅੱਜ ਪਰਿਵਾਰਾਂ 'ਚ ਕਲੇਸ਼ ਹੈ, ਸਮੂਹ 'ਚ ਕਲੇਸ਼ ਹੈ, ਸਮਾਜ ਵਿੱਚ ਕਲੇਸ਼ ਹੈ। ਲੋਕ ਇੱਕ ਦੂਜੇ ਨੂੰ ਲੜਦੇ ਭਿੜਦੇ ਪਏ ਨੇ। ਕਿੱਥੇ ਪਰਿਵਾਰ ਸਾਂਝੇ, ਸੰਸਾਰ ਸਾਂਝਾ ਸੀ।
ਵੀ ਅੱਜ ਅਸੀਂ ਵੰਡੀਆਂ ਪਾ ਬੈਠੇ ਹਾਂ। ਕਾਰਨ ਕੀ ਹੈ? ਅਸੀਂ ਗੁਰ ਕਰਤੇ ਤੋਂ ਟੁੱਟ ਗਏ ਹਾਂ। ਨਹੀਂ ਤੇ ਕਦੇ ਲੋਕ ਆਪਣੇ ਪਿਆਰ ਨਾਲ ਰਹਿੰਦੇ। ਅੱਜ ਕਹਿਣ ਲੱਗੇ ਮਾਰੇ ਜਗਤ ਕਾਰਨ ਦੱਸਦੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਸਤਿਗੁਰ ਦੀ ਸੇਵਾ ਤੋਂ ਟੁੱਟ ਕੇ, ਸੇਵਾ ਦਾ ਮਤਲਬ ਕੇਵਲ ਇੰਨਾ ਨਹੀਂ ਹੁੰਦਾ ਵੀ ਅਸੀਂ ਇੱਥੇ ਆ ਕੇ ਝਾੜੂ ਫੇਰ ਲੈਨੇ ਆ ਜਾਂ ਪੋਚਾ ਲਗਾ ਦੇਣੇ ਜਾਂ ਭਾਂਡੇ ਮਾਂਜ ਲੈਨੇ ਜਾਂ ਕੁਝ, ਕਿ ਆਹੀ ਸਤਿਗੁਰ ਨਹੀਂ। ਸਤ ਦੀ ਸੇਵਾ ਤੋਂ ਟੁੱਟ ਗਏ ਹਾਂ। ਸਤਿਗੁਰੂ ਦੀ ਸੇਵਾ ਵਿਅਕਤੀ ਦੀ ਸੇਵਾ ਨਹੀਂ ਕਿ ਅਨੰਦਪੁਰ ਸਾਹਿਬ ਜਾ ਕੇ ਸੇਵਾ ਕਰਾਂਗੇ ਤੇ ਗੁਰ ਸੇਵਾ ਹੋਏਗੀ। ਸਤਿਗੁਰ ਦੀ ਸੇਵਾ ਕੇਵਲ ਇੱਕ ਥਾਂ 'ਤੇ ਕਿਸੇ ਖਾਸ ਥਾਂ 'ਤੇ ਝਾੜੂ ਲਗਾਉਣਾ ਨਹੀਂ ਹੈ। ਸਤਿਗੁਰੂ ਦੀ ਸੇਵਾ ਹੈ ਸਤ ਦੀ ਸੇਵਾ। ਅਸੀਂ ਸਤ ਨੂੰ ਛੱਡ ਬੈਠੇ ਹਾਂ। ਗੁਰੂ ਹੈ ਜੋ ਸਤ ਦਾ ਗਿਆਨ ਦਿੰਦਾ ਹੈ। ਜਿੱਥੇ ਸਤ ਹੁੰਦਾ ਉੱਥੇ ਗੁਰੂ ਹੁੰਦਾ ਹੈ। ਅਸੀਂ ਸਤ ਤੋਂ ਟੁੱਟ ਗਏ ਹਾਂ ਅਤੇ ਗੁਰੂ ਤੋਂ ਤੇ ਬਹੁਤ ਦੂਰ ਚਲੇ ਗਏ। ਅਸੀਂ ਸਤ ਨਾਲ ਜੁੜੇ ਰਹੀਏ, ਗੁਰੂ ਨਾਲ ਜੁੜੇ ਰਹਾਂਗੇ। ਮਕਾਨਾਂ ਨਾਲ, ਇਮਾਰਤਾਂ ਨਾਲ ਜੁੜਨ ਦੀ ਨਹੀਂ ਲੋੜ ਨਹੀਂ ਵੱਡੀ। ਹੋ ਸਕਦਾ ਅਸੀਂ ਕਿਸੇ ਵਿਅਕਤੀ ਨਾਲ ਜੁੜੇ ਹਾਂ, ਕਿਸੇ ਨਹੀਂ, ਪਤਾ ਨਹੀਂ, ਪਰ ਜੇ ਸਤ ਨਾਲ ਜੁੜੇ ਹੋ ਤੇ ਗੁਰੂ ਨਾਲ ਜੁੜੇ ਹੋਏ ਆ। ਅਤੇ ਜੇ ਸਤ ਤੋਂ ਟੁੱਟ ਗਏ, ਆਪਣੇ ਆਦਰਸ਼ ਤੋਂ ਟੁੱਟ ਗਏ ਆ, ਬਹੁਤ ਦੂਰ ਚਲੇ ਜਾਵਾਂਗੇ। ਅਸੀਂ ਸੋਚਦੇ ਹਾਂ ਕਦੇ ਕਦੇ ਕਿ ਸ਼ਾਇਦ ਜਿਹੜੇ ਵਿਅਕਤੀ ਇੱਥੇ ਰੋਜ਼ ਮੱਥਾ ਟੇਕਣ ਨਹੀਂ ਆਉਂਦੇ, ਰੋਜ਼ ਉੱਥੇ ਨਹੀਂ ਜਾਂਦੇ ਦਰਸ਼ਨ ਕਰਨ, ਸ਼ਾਇਦ ਉਹ ਬਹੁਤ ਦੂਰ ਨੇ। ਪਰ ਇਤਿਹਾਸ ਦੀਆਂ ਸਾਖੀਆਂ ਦੇ ਉਲਟ ਨੇ। ਐਸੇ ਬਹੁਤ ਸਾਰੇ ਵਿਅਕਤੀ ਜਿਹੜੇ ਕਈ ਸਾਲ ਗੁਰੂ ਦੇ ਦਰਸ਼ਨ ਕਰਨ ਨਹੀਂ ਸਨ ਜਾਂਦੇ, ਉਹ ਵੀ ਸਤਿਗੁਰੂ ਦੇ ਪਿਆਰਿਆਂ 'ਚੋਂ ਰਹੇ ਨੇ। ਜ਼ਰੂਰਤ ਹੈ ਸੱਤ 'ਤੇ ਪਹਿਰਾ ਦੇਣ ਦੀ, ਮਨ ਟਿਕਾ ਕੇ ਆਪਣੇ ਆਦਰਸ਼ 'ਤੇ, ਆਪਣੇ ਬਚਨਾਂ 'ਤੇ ਸੱਤ ਨੂੰ ਮੰਨ ਲੈਣ ਦੀ। ਵੈਦ ਸੁਜਾਨ ਦੀ ਗਾਥਾ ਆਪਾਂ ਕਈ ਵਾਰ ਪੜ੍ਹੀ ਸੁਣੀ ਹੋਣੀ ਆ। ਪੜ੍ਹਿਆ ਲਿਖਿਆ ਵਿਅਕਤੀ ਹੈ। ਆਪਣੇ ਅੱਜ ਕੱਲ੍ਹ ਜਿਵੇਂ ਕਿ ਬੱਚਾ ਕੋਈ ਡਾਕਟਰੀ ਪਾਸ ਕਰ ਗਿਆ, ਉਸ ਵਕਤ ਦੀ ਡਾਕਟਰੀ ਵੈਦਗਰੀ ਪਾਸ ਕਰ ਲਈ, ਪੜ੍ਹ ਲਈ। ਮਹਾਰਾਜ ਦਸ਼ਮੇਸ਼ ਕੋ ਚਲਾ ਗਿਆ ਸੇਵਾ ਕਰਨ ਦਾ ਭਾਵ ਲੈ ਕੇ ਕਿ ਮੈਂ ਡਾਕਟਰ ਬਣ ਗਿਆ ਹਾਂ, ਗੁਰੂ ਸਾਹਿਬ ਦੇ ਦਰਬਾਰ 'ਤੇ ਜਾ ਕੇ ਸੇਵਾ ਕਰਾਂਗਾ। ਅਨੰਦਪੁਰ ਸਾਹਿਬ ਆ ਗਿਆ, ਮਹਾਰਾਜ ਨੂੰ ਮਿਲਿਆ, ਦਰਸ਼ਨ ਪ੍ਰਸ਼ਨ ਹੋਏ। ਮਹਾਰਾਜ ਨੇ ਪੁੱਛਿਆ ਵੀ ਕੀ ਪੜ੍ਹਿਆ ਲਿਖਾਈ ਕੀਤੀ, ਕੀ ਪੜ੍ਹਾਈ ਕੀਤੀ? ਕਹਿਣ ਲੱਗਾ ਜੀ ਵੈਦਗਿਰੀ ਪੂਰੀ ਕਰ ਲਈ, ਪੜ੍ਹਾਈ ਪੂਰੀ ਕਰ ਲਈ ਹੈ। ਮਹਾਰਾਜ ਕਹਿਣ ਲੱਗੇ ਵੈਦਗਿਰੀ ਪੜ੍ਹਾਈ ਪੂਰੀ ਕਰ ਲਈ ਹੈ? ਕਹਿਣ ਲੱਗੇ ਜੀ ਹਾਂ, ਹੁਣ ਮੈਂ ਵੈਦ ਬਣ ਗਿਆ। ਤੇ ਕਹਿਣ ਲੱਗੇ ਇੱਥੇ ਕੀ ਕਰਦਾ ਪਿਆ? ਅਗਰ ਤੂੰ ਵੈਦ ਬਣ ਗਿਆ ਤਾਂ ਇੱਥੇ ਕੀ ਕਰਦਾ ਪਿਆ? ਨੱਠ ਜਾ। ਸਤ ਬਚਨ ਸੀ, ਗੁਰੂ ਕੇ ਬਚਨ, ਜਿੱਧਰ ਨੂੰ ਮੁਖ ਸੀ ਤੁਰ ਗਿਆ। ਸਿਆਣੇ ਕਹਿੰਦੇ ਨਾਲ ਅਨੰਦਪੁਰ ਸਾਹਿਬ ਤੋਂ ਤੁਰਿਆ, ਸ਼ਾਮ ਤੱਕ ਤੁਰਦਾ ਰੋਪੜ ਦੇ ਇਲਾਕੇ ਕਿਸੇ ਪਹੁੰਚ ਗਿਆ। ਇੱਥੇ ਰਾਤ ਕੱਟਣ ਵਾਸਤੇ ਸੋਚਿਆ ਚਲੋ ਰਾਤ ਕੱਟਦੇ ਹਾਂ, ਜਿਵੇਂ ਕਹਾਂ ਮਾਲਕ ਦਾ ਹੁਕਮ ਹੋਏਗਾ ਚੱਲਾਂਗੇ। ਰਾਤ ਬੈਠਾ ਧਰਮਸ਼ਾਲਾ 'ਚ, ਉੱਥੇ ਦੇਖਿਆ ਲੋਕ ਬੜੇ ਔਖੇ ਨੇ। ਕੀ ਹੈ ਜੀ, ਪਹਾੜੀ ਇਲਾਕਾ ਹੋਣ ਕਰਕੇ ਵੱਡੇ ਸ਼ਹਿਰ ਦੂਰ ਨੇ। ਉਦੋਂ ਵੱਡਾ ਸ਼ਹਿਰ, ਉਦੋਂ ਰੋਪੜੀ ਨਾਲ ਵੱਡਾ ਸ਼ਹਿਰ ਨਹੀਂ ਸੀ। ਵੱਡਾ ਸ਼ਹਿਰ ਜਾਂ ਤਾਂ ਹੁਸ਼ਿਆਰਪੁਰ ਪੈਂਦਾ ਜਾਂ ਦੂਜੇ ਪਾਸੇ ਜਲੰਧਰ ਪੈਂਦਾ। ਦਵਾ ਦਾਰੂ ਬੜੀ ਦੂਰ ਪੈਂਦਾ ਹੈ। ਇਹਦੇ ਮਨ 'ਚ ਖਿਆਲ ਆਇਆ, ਮੈਨੂੰ ਹਕਮਤ ਦਾ ਪਤਾ ਹੈ, ਮੈਂ ਦਵਾ ਬੂਟੀ ਜਾਣਦਾ। ਉੱਥੋਂ ਦੇ ਧਰਮਸ਼ਾਲਾ 'ਚ ਬੈਠੇ ਬਜ਼ੁਰਗਾਂ ਨਾਲ ਗੱਲ ਕੀਤੀ ਵੀ ਜੇ ਤੁਸੀਂ ਉੱਦਮ ਕਰੋ ਅਤੇ ਮੈਨੂੰ ਦਵਾ ਦਾਰੂ ਦੇ ਬਾਰੇ ਪਤਾ, ਇੰਤਜ਼ਾਮ ਤੁਸੀਂ ਕਰ ਦਿਓ, ਇਲਾਜ ਮੈਂ ਕਰ ਦਿਆਂਗਾ। ਉਹਨਾਂ ਕਿਹਾ ਵਧੀਆ। ਉਹਨਾਂ ਦੇ ਰਹਿਣ ਬਹਿਣ ਦਾ ਇੰਤਜ਼ਾਮ ਕਰ ਦਿੱਤਾ। ਛੋਟੀ ਜਿਹੀ ਹੱਟੀ ਬਣਾ ਦਿੱਤੀ। ਇਹਨੇ ਇੱਧਰ ਉੱਧਰ ਇਕੱਠੀ ਦਵਾ ਬੂਟੀ ਕੀਤੀ, ਇੱਕ ਛੋਟਾ ਜਿਹਾ ਦਵਾਖਾਨਾ ਬਣਾ ਲਿਆ। ਹੁਣ ਦਵਾਖਾਨਾ ਹੋ ਗਿਆ, ਲੋਕ ਸੌਖੇ ਹੋ ਗਏ, ਸਾਹ ਸੁੱਖਦਾ ਆ ਗਿਆ। ਕਿਸੇ ਨੂੰ ਜ਼ਰੂਰਤ ਪਵੇ ਤਾਂ ਦਵਾਈ ਦੇਵੇ, ਠੀਕ ਹੋ ਜਾਏ, ਜਿਹਨੂੰ ਦਵਾਈ ਦੇਵੇ ਠੀਕ ਹੋ ਜਾਏ। ਪ੍ਰਸਿੱਧੀ ਹੋ ਗਈ। 1 ਸਾਲ 2 ਸਾਲ ਗੁਜ਼ਰ ਕੇ ਅਨੰਦਪੁਰ ਨਾ ਗਿਆ, ਨਾ ਆਇਆ, ਨਾ ਗਿਆ, ਕਿਤੇ ਜਾਂਦਾ ਹੀ ਨਹੀਂ। ਉੱਥੇ ਬੈਠਾ ਆਪਣੀ ਸੇਵਾ ਕਰੇ, ਦਵਾਈਆਂ ਇਕੱਠੀਆਂ ਕਰਦਾ, ਦਵਾਈਆਂ ਬਣਾਉਂਦਾ, ਲੋਕਾਂ 'ਚ ਵੰਡਦਾ। ਕੋਈ ਲਾਲਚ ਨਹੀਂ, ਕੋਈ ਲੋਭ ਨਹੀਂ, ਆਪਣੇ ਕਰਮ ਕਰੀ ਜਾਂਦਾ। ਗੁਰਸਿੱਖ ਦੇ ਦਰਸ਼ਨ ਕਰਨ ਕਈ ਸਾਲ ਗਿਆ ਹੀ ਨਹੀਂ। ਮਹਾਰਾਜ ਇੱਧਰੋਂ ਲੰਘੇ ਅਤੇ ਲੰਘਦਿਆਂ ਪਿੰਡ 'ਚ ਰੌਲਾ ਪੈ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਇੱਧਰ ਆਏ ਨੇ, ਗੁਰੂ ਸਾਹਿਬ ਇੱਧਰ ਆਏ ਨੇ। ਅੱਛਾ ਚਲੋ ਮਨਾ ਇੱਧਰ ਲੰਘਣਗੇ ਅਤੇ ਅੱਜ ਦਰਸ਼ਨ ਕਰਾਂਗੇ। ਜਿੱਧਰ ਮਹਾਰਾਜ ਦੀ ਸਵਾਰੀ ਪਹੁੰਚਣੀ ਹੈ, ਠੀਕ ਐਨ ਉਸੇ ਵਕਤ ਹੀ ਕੋਈ ਹੋਰ ਪਰਿਵਾਰ ਦਾ ਜੀ ਆ ਗਿਆ। ਭਾਈ ਸਾਡੇ ਘਰ ਕੋਈ ਮਰੀਜ਼ ਬੜਾ ਡਾਢਾ ਆਈ, ਬੜਾ ਸ਼ੂਲ ਉੱਠਿਆ ਬੱਚੇ ਦੇ, ਚੱਲ ਭਾਈ ਤੂੰ ਤਾਂ ਵੈਦ ਹੈ, ਸ਼ਾਇਦ ਤੇਰੀ ਜਾਣ ਕਰਕੇ ਬੱਚੇ ਦੀ ਜਾਨ ਬਚ ਜਾਏ। ਇਹਨੇ ਆਪਣਾ ਦਵਾਈਆਂ ਦਾ ਡੱਬਾ ਚੁੱਕਿਆ, ਪਹੁੰਚ ਗਿਆ ਘਰ। ਸੋਚਿਆ 2 ਪੁੜੀਆਂ ਦਿਆਂਗਾ, ਵਾਪਸ ਆ ਜਾਵਾਂਗਾ। ਪਰ ਦਵਾ ਦਾਰੂ ਕਰਦਿਆਂ ਵਕਤ ਗੁਜ਼ਰ ਗਿਆ। ਜਦੋਂ ਆਇਆ ਤੇ ਮਨ ਸੋਚਿਆ ਹੁਣ ਤੇ ਮਹਾਰਾਜ ਦੀ ਸਵਾਰੀ ਲੰਘ ਗਈ ਹੋਣੀ, ਚਲੋ ਕੋਈ ਨਹੀਂ, ਮੰਨਾ ਨਹੀਂ ਸੀ ਭਾਗਾਂ 'ਚ। ਆਇਆ ਤੇ ਦੇਖਿਆ ਜਿੱਥੇ ਦਾ ਦਵਾਖਾਨਾ ਉੱਥੇ ਭੀੜ ਲੱਗੀ ਹੋਈ।
ਮਨ ਸੋਚਿਆ ਕਿਤੇ ਹੋਰ ਕੋਈ ਭਾਣਾ ਨਾ ਵਰਤ ਗਿਆ ਹੋਵੇ, ਕਾਹਲੀ ਕਾਹਲੀ ਅੰਦਰ ਗਿਆ, ਦੇਖਿਆ ਜਿਨ੍ਹਾਂ ਫਟਿਆਂ 'ਤੇ ਮਰੀਜ਼ ਬੈਠਦੇ ਨੇ ਉੱਥੇ ਦਸ਼ਮੇਸ਼ ਬੈਠੇ ਨੇ। ਇਹਨੂੰ ਵੇਖ ਕੇ ਦਸ਼ਮੇਸ਼ ਨੇ ਗਲ ਫੜੀ ਲਿਖਣ ਲੱਗੇ, ਲੋਕ ਤੇ ਇੰਤਜ਼ਾਰ ਸਾਡਾ ਕਰਦੇ ਜਾਨ, ਅਸੀਂ ਤੇਰਾ ਇੰਤਜ਼ਾਰ ਕਰਦੇ, ਕਦੋਂ ਆਵੇਂ, ਤੇਰੇ ਦਰਸ਼ਨ ਕਰੀਏ ਤੇ ਗਾਂ ਜਾਣਾ ਹੈ। ਅਸੀਂ ਤੁਸੀਂ ਸਾਰੇ ਭੱਜ ਕੇ ਗੁਰੂ ਕੇ ਦਰਸ਼ਨ ਕਰਨ ਆਉਨੇ ਆ, ਪਰ ਕਿੰਨਾ ਕੁ ਭਾਗਾਂ ਵਾਲਾ ਪਿਆਰਾ ਹੋਏਗਾ ਜਿਹਦੇ ਦਰਸ਼ਨ ਕਰਨ ਵਾਸਤੇ, ਜਿਹਨੂੰ ਦਰਸ਼ਨ ਦੇਣ ਵਾਸਤੇ, ਮਿਲਾਪ ਵਾਸਤੇ ਗੁਰਦੇਵ ਇੰਤਜ਼ਾਰ ਕਰਦੇ ਪਏ ਨੇ। ਮਤ ਖਿਆਲ ਕਰਨਾ ਵੀ ਕੋਈ ਕਿਤੇ ਖਾਸ ਪਰਟੀਕੂਲਰ ਥਾਂ 'ਤੇ ਜਾ ਕੇ ਪੋਚਾ ਲਾਉਂਦਾ, ਝਾੜੂ ਲਾਉਂਦਾ, ਨਹੀਂ ਨਹੀਂ, ਜਿੱਥੇ ਵੀ ਸੱਤ ਦੀ ਸੇਵਾ ਕਰਦਾ, ਸੱਤ ਨੂੰ ਸੰਭਾਲਦਾ, ਅਤੇ ਸੱਤ ਕੀ ਹਰ ਇੱਕ ਜੀਅ ਦੇ ਅੰਦਰ ਜਿਸ ਵੀ ਪੱਧਰ 'ਤੇ ਅਸੀਂ ਹੈਗੇ ਹਾਂ, ਬਸ ਉੱਥੇ ਆਪਣੇ ਸੱਤ ਨੂੰ ਸਵੀਕਾਰ ਕਰ ਲਈਏ। ਅਤੇ ਜੋ ਵੀ ਕਰਮ ਸਾਨੂੰ ਕਰਨ ਦੀ ਅਵਸਥਾ ਮਿਲੀ ਹੈ, ਕਿਸੇ ਨੂੰ ਦਫ਼ਤਰ 'ਚ ਕੰਮ ਕਰਨ ਦੀ ਡਿਊਟੀ ਮਿਲੀ, ਕਿਸੇ ਨੂੰ ਕਿਤੇ ਵੀ, ਜਿੱਥੇ ਵੀ ਕਿਤੇ ਦੁਨੀਆ 'ਚ ਬਹੁਤ ਕਿਰਤਾਂ ਨੇ, ਬਸ ਉਸੇ ਸੱਤ 'ਤੇ ਪਹਿਰਾ ਦੇ ਕੇ ਕਰਮ ਕਰਦੇ ਰਹੀਏ। ਚੇਤਾ ਰੱਖੀਏ ਆਪਣੇ ਗੁਰੂ ਦਾ, ਮਹਾਰਾਜ ਤੁਹਾਡੀ ਕਿਰਪਾ 'ਤੇ ਇਹ ਕਰਤੱਵ ਮਿਲਿਆ, ਡਿਊਟੀ ਮਿਲੀ, ਪੂਰਾ ਕਰੀਏ, ਕਰ ਸਕੀਏ ਕਿਤੇ ਪੂਰਾ, ਆਨੰਦ ਬਣਿਆ ਰਹੇਗਾ। ਪਰ ਅਸੀਂ ਟੁੱਟੇ ਕਿਤੋਂ, ਇਸੇ ਤੱਤ ਤੋਂ ਤੇ ਟੁੱਟੇ ਹਾਂ। ਇਹਨਾਂ ਇਮਾਰਤਾਂ ਤਾਂ ਅਸੀਂ ਬਹੁਤ ਭੀੜਾਂ ਲਾ ਲੈਂਦੇ ਹਾਂ, ਟੁੱਟੇ ਹਾਂ ਅਸੀਂ ਸੱਤ ਤੋਂ, ਗੁਰੂ ਤੋਂ, ਗੁਰੂ ਦੇ ਆਦਰਸ਼ਾਂ ਤੋਂ, ਗੁਰੂ ਦੀ ਸਿੱਖਿਆ ਤੋਂ, ਅਤੇ ਆਪਣੇ ਜੀਵਨ ਦੇ ਸੱਤ ਆਦਰਸ਼ ਤੋਂ ਟੁੱਟੇ ਹਾਂ। ਅਤੇ ਨਤੀਜਾ ਕੀ, ਜੀਵਨ 'ਚ ਦੁੱਖ ਹੈ। ਕੀ ਕਰੀਏ? ਵਾਪਸ ਮੁੜੀਏ। ਇੱਕੋ ਹੀ ਤਰੀਕਾ ਹੁੰਦਾ ਜੇ, ਜਿਸ ਰਸਤੇ ਤੋਂ ਭਟਕ ਜਾਈਏ, ਮੰਜ਼ਿਲ ਨਾ ਮਿਲੇ, ਤੇ ਇੱਕੋ ਹੀ ਤਰੀਕਾ ਹੈ ਵਾਪਸ ਆ ਜਾਣਾ। ਅਗਾਂਹ ਪਾਗਲਾਂ ਵਾਂਗ ਮਤ ਤੁਰੇ ਜਾਈਏ ਕਿ ਅਗਾਂਹ ਮਿਲੇਗਾ ਮਿਲੇਗਾ, ਨਹੀਂ, ਕੁਝ ਮੰਜ਼ਿਲਾਂ 'ਤੇ ਕੁਝ ਨਹੀਂ ਮਿਲਣਾ, ਵਾਪਸ ਮੁੜਾਈਏ। ਔਰ ਸਿਆਣਪ ਇਹ ਕਹਿੰਦੇ ਕਿ ਜਿੱਥੋਂ ਸਮਝ ਆ ਜਾਏ ਉੱਥੋਂ ਹੀ ਵਾਪਸ ਆ ਜਾਓ। ਠੀਕ ਹੈ ਕਿ ਓਨਾ ਹੀ ਸਮਾਂ ਵਾਪਸੀ 'ਤੇ ਫਿਰ ਲੱਗੇਗਾ ਜਿਤਨਾ ਸਮਾਂ ਅਸੀਂ ਉੱਧਰ ਚਲੇ ਗਏ। ਇਸੇ ਕਰਕੇ ਅਭਿਆਸੀਆਂ ਨੂੰ ਇਹ ਕਦੇ ਕਦੇ ਦੁੱਖ ਹੁੰਦਾ ਹੈ ਜੀ, ਇਤਨਾ ਸਮਾਂ ਹੋ ਗਿਆ, ਬਣਿਆ ਤੇ ਕੁਝ ਨਹੀਂ। ਉਹ ਭਾਈ ਜਿਤਨਾ ਸਮਾਂ ਮੰਜ਼ਿਲ ਤੋਂ, ਕੇਂਦਰ ਤੋਂ ਦੂਰ ਚਲੇ ਗਏ ਹੋ, ਵਾਪਸ ਵੀ ਉਤਨਾ ਹੀ ਸਮਾਂ ਲੱਗੇਗਾ, ਕਿਉਂਕਿ ਦੇਸ਼ ਉਤਨਾ ਹੀ, ਕਾਲ ਉਤਨਾ ਹੀ ਹੁੰਦਾ ਹੈ। ਜੇ 10 ਮੀਲ ਦੂਰ ਚਲੇ ਗਏ ਹੋ ਤਾਂ ਵਾਪਸ 10 ਮੀਲ ਆਉਣਾ ਹੀ ਪਏਗਾ, ਮੰਜ਼ਿਲ ਉੱਥੇ ਆ ਕੇ ਫਿਰ ਉੱਥੇ ਦੁਬਾਰਾ ਤੋਂ ਸ਼ੁਰੂ ਕਰਨਾ ਪਏਗਾ। ਉਹ ਸਮਾਂ ਜਾਇਆ ਹੋ ਗਿਆ, ਜੋ ਜਾਇਆ ਹੋ ਗਿਆ, ਜੋ ਬੀਤ ਗਿਆ ਸੋ ਬੀਤ ਗਿਆ। ਆ ਕੇ ਸੰਭਲ ਚਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਜੋ ਪਿੱਛੇ ਬੀਤ ਗਿਆ ਉਹ ਤੇ ਵਾਪਸ ਨਹੀਂ ਆਉਣਾ। ਹੁਣ ਤੇ ਯਤਨ ਕਰ ਸਕੀਏ ਹਮ ਦੀਨ, ਤੁਮ ਜੁਗ ਜੁਗ ਦਾਤੇ ਹੀ ਸੱਚੇ ਪਾਤਸ਼ਾਹ। ਸਾਨੂੰ ਸਮਝ ਆ ਗਈ ਹੈ, ਜੇ ਕਿਤੇ ਗੁਰ ਕਿਰਪਾ ਕਰਨ ਸਾਡੇ ਖਾਨੇ 'ਚ ਪੈ ਜਾਏ ਵੀ ਜਿਸ ਤਰ੍ਹਾਂ ਦੁੱਖ ਹੈ ਗੁਰੂ ਤੋਂ, ਸੱਤ ਤੋਂ ਟੁੱਟਣ ਕਰਕੇ, ਆਦਰਸ਼ਾਂ ਤੋਂ ਟੁੱਟਣ ਕਰਕੇ, ਆਪਣੇ ਮੂਲ ਟਾਰਗੇਟ ਨੂੰ ਛੱਡਣ ਕਰਕੇ, ਆਪਣੇ ਜੀਵਨ ਸਫਲਤਾ ਦਾ ਆਧਾਰ ਗੁਰ ਕਰਤੇ ਦੀ ਕਿਰਪਾ ਸੀ, ਉਹ ਤੋਂ ਟੁੱਟਣ ਕਰਕੇ ਹੈ। ਅਤੇ ਇਹਦਾ ਨਤੀਜਾ ਕੀ, ਜੁਗ ਚਾਰੇ ਭਰਮਾਈ। ਜਿਵੇਂ ਕੋਈ ਜੀ ਰਾਹ ਭੁੱਲ ਜਾਏ ਅਤੇ ਫਿਰ ਭਟਕਦਾ ਹੀ ਰਹਿੰਦਾ ਹੈ, ਇਸ ਮੋੜ ਤੋਂ ਕਿਸੇ ਸੱਜੇ ਮੋੜ ਤੱਕ, ਕਿਸੇ ਖੱਬੇ ਮੋੜ ਤੱਕ, ਇੱਧਰ ਮੁੜ ਗਿਆ ਉੱਧਰ ਮੁੜ ਗਿਆ। ਭਟਕਣਾ ਤੋਂ ਸਿਵਾ ਕੁਝ ਨਹੀਂ ਮਿਲਦਾ ਨਾ। ਇਸੇ ਤਰ੍ਹਾਂ ਜਿਹੜੇ ਜੀ ਆਪਣੇ ਸਤਿਗੁਰ ਦੀ ਸੇਵਾ ਤੋਂ ਟੁੱਟ ਜਾਂਦੇ ਨੇ, ਕਈਆਂ ਜਨਮਾਂ 'ਚ ਭਟਕਦੇ ਰਹਿੰਦੇ ਨੇ। ਕਈਆਂ ਜਨਮਾਂ 'ਤੇ ਭਟਕਣ ਤੋਂ ਬਾਅਦ ਕਿਤੇ ਜਾ ਕੇ ਫਿਰ ਮੌਕਾ ਲੱਗਦਾ ਹੈ ਗੋਬਿੰਦ ਨੂੰ ਮਿਲਣ ਦੀ। ਤਾਂ ਹੀ ਤਾਂ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸੇ ਕਰਕੇ ਪੜ੍ਹਿਆ ਹੋਣਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਸਭ ਕੀ ਹੈ? ਹਰ ਜੀਵ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਕਈ ਯੁੱਗ ਹੋ ਗਏ ਨੇ, ਕਈਆਂ ਜਨਮਾਂ 'ਚ ਭਟਕਦਿਆਂ ਕਿਤੇ ਹੁਣ ਫਿਰ ਵਕਤ ਲੱਗਾ ਅਰਦਾਸ ਕਰ ਸਕੀਏ। 12ਵਾਂ ਦੀ ਪਹਿਲੀਆਂ 2 ਤੁਕਾਂ ਸਾਨੂੰ ਇੱਥੇ ਠਹਿਰਾ ਦਿੰਦੀਆਂ ਨੇ। ਕਦੇ ਪਿਆਰ ਨਾਲ ਤੁਕਾਂ ਨੂੰ ਪੜ੍ਹਨਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। 4 ਕੁੰਟ ਦਹ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਸੱਚੇ ਪਾਤਸ਼ਾਹ ਸ਼ਾਮ ਆ ਕੇ ਕੀ ਕਰੀਏ? ਸ਼ਰਣਾ ਕੇ ਬੈਠੇ ਨਹੀਂ, ਬੇਨਤੀ ਕਰੇ ਹਮ ਦੀਨ ਤੁਮ ਜੁਗ ਜੁਗ ਦਾਤੇ। ਸੱਚੇ ਪਾਤਸ਼ਾਹ ਸੀ ਤੇਰੇ ਦੀਨ, ਹਮ ਦੀਨ ਭਿਖਾਰੀ ਰਾਮ। ਬੇਨਤੀ ਕਰਨਾ ਆਮ ਤੌਰ 'ਤੇ ਦੀਨ ਦਾ ਅਰਥ ਗਰੀਬ ਕੀਤਾ ਜਾਂਦਾ ਹੈ, ਨਹੀਂ ਜ਼ਰੂਰੀ ਨਹੀਂ ਗਰੀਬ ਕਰਨਾ ਅਰਥ ਦਾ। ਦੀਨ ਗਰੀਬ ਨਹੀਂ ਹੁੰਦਾ। ਆਪਾਂ ਨੇ ਬੈਠੇ ਨੇ, ਸਾਡੇ 'ਚੋਂ ਹਰ ਕੋਈ ਜੀ ਕਹਿੰਦਾ ਹਮ ਦੀਨ, ਅਤੇ ਹਰ ਕੋਈ ਗਰੀਬ ਥੋੜ੍ਹਾ ਹੈ। ਅਤੇ ਅਤ ਉੱਤਮ ਦਰਜੇ ਦੇ ਧਨਾਢ ਵਿਅਕਤੀ ਤੇ ਸਾਡੀ ਸੰਗਤ ਵਿੱਚ ਆਉਂਦੇ ਨੇ ਨਾ, ਹਰ ਸੰਗਤ ਵਿੱਚ ਆਉਂਦੇ ਨੇ, ਹਰ ਥਾਂ 'ਤੇ ਆਉਂਦੇ ਨੇ। ਅਤ ਉੱਤਮ ਦਰਜੇ ਦੇ ਧਨਾਢ ਵਿਅਕਤੀ ਵੀ ਕਹਿੰਦੇ ਨੇ ਹਮ, ਕਿਉਂਕਿ ਦੀਨ ਇੱਕ ਮਾਨਸਿਕ ਅਵਸਥਾ ਹੈ।
दीनता एक मानसिक अवस्था है। दीन दर्द निवार ठाकुर बेनती है ना, दीन एक मानसिक अवस्था है जिथे जाके व्यक्ति नूं इह गल समझ आ जाती है कि आ दुनिया की ताकत मेरा कुछ नहीं सवारती। जिथे जाके व्यक्ति नूं समझ आ जाती कि सच्चे पातशाह मैं तेरे चरणों तो तेरे सत तो दूर चला गया, तां मेरी हालत हो गई, दीनता हो गई है। असी बेनती महाराज इत्थों समझ ते आ गई है पर दूर चले गए। हम दीन तुम जुग जुग दाते। ये सच्चे पातशाह तुसीं जो सदा तो हर वेले दाते ही हो। एक वचन प्यार ना, तुसीं दाते हो। किहो जे दाते हो? तुम दाते ठाकुर प्रतिपालक। तुसीं ठाकुर हो, प्रतिपालक हो, मालक हो। असीं उत्थे भी कहने असीं दीन। तुस दाते हो शब्द देह बुझाई। और दाते भी कैसे? एक विचार दे सदके समझ देंदे हो। ये दाते पदार्थ वंडण वाले नहीं कि किसी ने आटा दाल चौल फ्री वंड दिता दाता हो गया। नहीं, ये दाता है जो शब्द का दान दिंदा है। ये गुरु दाता विचार दिंदे ने। याद रखना, आप इत्थे बैठते हाँ, अरदासां हर कोई साडे चों करदा है, महाराज मैनूं आ चाहिए, महाराज मैनूं आ चाहिए। हर एक जी नूं सानूं हक है, अपनी अपनी मंगां रखदे, अरदासां करदे हैं। मिलदा इत्थे सब नूं कोई प्रसाद है ना। ये तो है नहीं कि वखर वखरा कागज़ का टुकड़ा तेनों आ मिल गया, तेनों आ मिल गया। नहीं, ये विचार इक्को ही मिलता है, शब्द इक्को ही मिलता है। उस इक्के शब्द विचार दे सदके जिहो जिहो जी साडी भावना हुंदी है ओहो जिहा चों फल बन जाता है। जिहा भाव तिहा फल पाया। सतगुरु सदा दयाल है भाई। सतगुरु सदा दयाल भी है, दाता भी है, शब्द का दान दिंदा है। जिवें अज ही साड़ियाँ मंगां सब दी अलग अलग होणगीਆਂ, दुनियावी तौर पर भी, परिवारक तौर पर भी, तो निजी तौर पर साड़ियाँ लोड़ां अलग अलग होणगीਆਂ। बई किसी के तन विच दुख है, किसी के मन विच दुख है, किसी के घर परिवार च कोई लोड़ होएगी, किसी के व्यापार च कोई घाट वाध होएगी। सब दी अलग अलग ने ना। तो बचन तो इक्को ही मिले ना, हमरी गणत न गणियां काई। अगर व्यापार च घाट वाधा तद भी कहां कि महाराज मेरियां भुल्लां ना चितारियो। अगर परिवारक कोई घाट वाध है तां भी कहां कि महाराज कृपा करो साडियां भुल्लां ना चितारियो। अगर शारीरिक तौर पर कोई रोगवाद घट गया तो की कहां कि महाराज भुल्लां ना चितारियो। तो जे कोई होर तां भी कहां कि महाराज भुल्लां ना चितारियो। गल तो कोई है ना, हमरी गणत न गणियां काई, अपना बिरद पिछाण, हाथ दे राखे करे अपने सदा सदा रंग मान। क्योंकि इत्थे विश्वास है साचा साहिब सद मेहरबान। समझ आ गई, हम दीन तुम जुग जुग दाते। ते दात किवें देंदे हो? शब्दे देह बुझाई। ये दात शब्द के सदके मिलदी। ये अगली गल हुंदी है कि असीं उस शब्द नूं प्राप्त करते हैं, शब्द नूं पढ़ते हैं, सुनते हैं। स्वीकारता कितनी साडी शब्द के प्रति पढ़ना सुनते साडा लगभग सब दा समान है। समान रूप च आपां पढ़ते हैं, समान ही सुनते हैं। अर्थ विचार भी लगभग साढ़े को समान ही लिखे हुए ने सब दे। पर अगला सब दा आपो अपने भाव किहो जिहा है, स्वीकारता किहो जी है। किस भाव तक असीं इसनूं स्वीकार करते हैं, किस भाव तक असीं इसनूं मनते हैं। कि इसनूं दुनिया का अंतम सच मनते हैं जां हाँ महाराज ने कह दिता चलो ठीक है इत्थे खड़े हाँ, कोई नहीं महाराज का बचन तो इदां असीं आपां सलाह करते हैं, आपां इत्थे भी खड़े हाँ। अच्छा विचारांगे असीं इत्थे भी खलोते होए हाँ। पर एक होर है जो कि नहीं सत है, जो महाराज ने कह दिता है सत है। बाबा लहणा जो उत्थे खड़े ने जिथे सत है। तो बाबा श्री चंद की कहते हैं विचारते पिता जी रुख तो मठियाई थोड़ा चढ़ती है, कदे विचार कीती है? असीं तुसीं इत्थे खलोते पे हाँ। ये सच्चे पातशाह इदां थोड़ा हो जाता है। जिवें श्री चंद कहते लक्ष्मी दास के पिता जी रुखां नूं मठियाई थोड़ा लगती है, कुछ होर का दसो। तो आप कहने कोई नहीं, कोई होर मुखवाक ले लो। आ नहीं ठीक है भाई जी मुखवाक दूजा लो। आप दोबारा अरदास करते हैं, आप कल फिर अरदास करके मुखवाक ले लांगे, कल दूजा बचन ले लांगे। तो भाई दूजा बचन तो ले लोगे पर मठियाई थोड़ा मिलेगी। हुण वो तो बचन लंघ गया, तो समा गुजर गया। और दूसरा तीसरा तुर पैंदे ना, ये मन की मत नाल तुर पैंदी है। कहने लगे बिन सतगुर सेवे बहुता दुख लागा, जुग चारे भरमाई। भटकना पैंदा है सतगुर तो टुट के। हम दीन तुम जुग जुग दाते, शब्दे देह बुझाई। हे सच्चे पातशाह
ਤੁਸੀਂ ਤਾਂ ਸ਼ਬਦ ਦੇ ਸਦਕੇ ਸੋਝੀ ਦਿੰਦੇ ਹੋ, ਸ਼ਬਦ ਦੇ ਸਦਕੇ ਹੀ ਮੱਤ ਦਿੰਦੇ ਹੋ। ਇਹ ਸਮਝਾ ਦਿੱਤਾ ਸ਼ਬਦ ਦੇ ਸਦਕੇ ਤੁਸਾਂ ਨੇ ਕਿ ਜਿਤਨੀ ਭਟਕਣਾ ਤੇ ਦੁੱਖ ਹੈ ਇਹ ਸਤਿਗੁਰੂ ਦੀ ਸੇਵਾ ਤੋਂ ਟੁੱਟਣ ਕਰਕੇ ਹੈ। ਇਸ ਕਰਕੇ ਬੇਨਤੀ ਹੈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹੁਣ ਤੁਸੀਂ ਬੇਨਤੀ ਕਰ ਸਕਦੇ ਨਾ, ਸੱਚੇ ਪਾਤਸ਼ਾਹ, ਹੇ ਹਰ ਜੀਓ, ਹੇ ਵਾਹਿਗੁਰੂ ਜੀਓ, ਮੇਰੇ ਤੇ ਕਿਰਪਾ ਕਰੋ ਨਾ। ਤੇ ਜੇ ਮਹਾਰਾਜ ਪੁੱਛਣ ਕਿਰਪਾ 'ਚ ਕੀ ਲੱਭਦਾ ਹੈ, ਤੈਨੂੰ ਕੀ ਚਾਹੀਦਾ ਹੈ? ਸਤਿਗੁਰ ਦਾਤਾ ਮੇਲ ਮਿਲਾਵੋ। ਇਹ ਸੱਚੇ ਪਾਤਸ਼ਾਹ, ਸਤਿਗੁਰੂ ਤੋਂ ਟੁੱਟਾ ਹਾਂ, ਸਤਿਗੁਰੂ ਦੇ ਨਾਲੇ ਜੋੜ ਦਿਓ। ਇੱਕ ਤੇ ਚੇਤਾ ਰੱਖਣਾ, ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਇੱਕ ਅਕੱਟ ਸੂਤਰ ਹੈ, ਜਿੱਥੋਂ ਵਿਛੜੇ ਹਾਂ ਉੱਥੇ ਹੀ ਮਿਲਾਂਗੇ ਤੇ ਜਾ ਕੇ ਆਨੰਦ ਬਣਨਾ। ਜਿੱਥੋਂ ਵਿਛੜੇ ਹਾਂ ਕਿਤੇ ਹੋਰ ਜਾ ਕੇ ਸਾਨੂੰ ਕੋਈ ਮਿਲੇਗਾ ਤੇ ਆਨੰਦ ਥੋੜ੍ਹਾ ਬਣਦਾ ਹੈ। ਜਿਵੇਂ ਗੁਰਬਾਣੀ 'ਚ ਇੱਕ ਵਿਗਿਆਨਕ ਸੂਤਰ ਹੈ, ਧਾਤ ਮਿਲੇ ਫੁਨ ਧਾਤ ਕਉ ਸਿਫਤੀ ਸਿਫਤ ਸਮਾਏ। ਸਾਡੇ ਕੋਲ ਧਾਤੂ ਹੋਵੇ ਸੋਨੇ ਦੀ ਤੇ ਜੁੜਦੇ ਫਿਰਦੇ ਅਸੀਂ ਲੋਹੇ ਨਾਲ, ਨੂੰ ਕਿੱਥੇ ਜੁੜੇਗੀ ਉਹ? ਅਸੀਂ ਹਾਂ ਲੋਹੇ ਵਰਗੇ, ਜੁੜ ਰਹੇ ਸੋਨੇ ਦੇ ਨਾਲ, ਕਿੱਥੇ ਜੁੜਾਂਗੇ? ਗੱਲ ਬਣਨੀ ਥੋੜ੍ਹਾ। ਸੋਨਾ ਹੈ ਤੇ ਸੋਨੇ ਨਾਲ ਜੋੜੋ, ਲੋਹਾ ਹੈ ਤੇ ਲੋਹੇ ਨਾਲ ਜੋੜ ਲਓ। ਜੋ ਧਾਤੂ ਹੈ ਧਾਤੂ ਨਾਲ ਧਾਤੂ ਜੋੜਾਂਗੇ ਤੇ ਠੀਕ ਹੈ ਨਾ। ਯਾਦ ਰੱਖਣਾ, ਗੁਰੂ ਸੱਤ ਹੈ। ਹੁਣ ਅਸੀਂ ਆਪਣਾ ਝੂਠ ਗੁਰੂ ਨਾਲ ਜੋੜ ਰਹੇ ਹਾਂ, ਕਿੱਥੇ ਜੁੜ ਜਾਏਗਾ? ਸਾਡੇ 'ਚੋਂ ਬਹੁਤੇ ਜੀ ਆਪਣਾ ਝੂਠ ਹੀ ਪਾਲਿਸ਼ ਪੁਲਿਸ਼ ਕਰਕੇ ਇੱਥੇ ਕੁੱਲਿਆ ਸਾਜੋ ਸਮਾਨ ਰੱਖ ਕੇ, ਮਹਾਰਾਜ ਭਾਈ ਜੀ ਅਰਦਾਸ ਕਰੋ ਸਾਡਾ ਕਾਮਯਾਬ ਹੋ ਜਾਏ, ਤੇ ਖਿਮਾ ਕਰਨਾ, ਇਹ ਝੂਠ ਜੁੜੇਗਾ ਥੋੜ੍ਹਾ, ਕਾਮਯਾਬ ਥੋੜ੍ਹਾ ਹੋਏਗਾ। ਹਾਂ, ਇਹ ਆਡੰਬਰ ਸੋਹਣਾ ਬਣ ਜਾਏਗਾ, ਵਧੀਆ ਲੱਗਦਾ ਹੈ, ਪਰ ਝੂਠ ਸੱਤ ਦੇ ਨਾਲ ਕਦੇ ਨਹੀਂ ਜੁੜੇਗਾ, ਕੂੜ ਸੱਤ ਦੇ ਨਾਲ ਕਦੇ ਨਹੀਂ ਜੁੜੇਗਾ। ਇਸ ਕਰਕੇ ਸੱਤ ਦੇ ਨਾਲ ਜੁੜਨ ਵਾਸਤੇ ਸੱਤ ਸਰੂਪ ਹੋਣਾ ਪੈਣਾ ਹੈ। ਸਤਿਗੁਰੂ ਨਾਲ ਜੁੜਨ ਵਾਸਤੇ ਸੱਚੇ ਸੁੱਚੇ ਸਿੱਖ ਬਣਨਾ ਪੈਣਾ ਹੈ। ਜੇ ਸਤਿਗੁਰੂ ਸੱਤ ਸਰੂਪ ਹੈ ਤੇ ਸਿੱਖ ਨੂੰ ਵੀ ਸੱਚ ਸਰੂਪ ਬਣਨਾ ਪੈਣਾ। ਤਾਈਓ ਉਸੇ ਨੂੰ ਤੇ ਸਚਿਆਰ ਕਿਹਾ ਮਹਾਰਾਜ ਨੇ। ਸਤਿਗੁਰੂ ਨਾਲ ਜੁੜਨ ਵਾਸਤੇ ਸਚਿਆਰ ਬਣਨਾ ਪੈਣਾ ਹੈ, ਤੇ ਸਚਿਆਰ ਸਿੱਖ ਹੀ ਸਤਿਗੁਰ ਦੇ ਕੋਲ ਬੈਠਣ ਦਾ ਮਨ ਲਏਗਾ। ਅਸੀਂ ਪੜ੍ਹਦੇ ਨੇ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰ ਹੀ ਸਤਿਗੁਰ ਦੇ ਨਾਲ ਜੁੜਨਗੇ। ਤੇ ਸਚਿਆਰ ਦਾ ਕੋਈ ਬਾਹਰਲੀ ਦਰਸ਼ਨ ਨਹੀਂ ਜੇ ਕਿ ਉਹਦੇ ਕੱਪੜੇ ਕਿਹੋ ਜਿਹੇ ਨੇ, ਉਹਦੀ ਭਾਸ਼ਾ ਕਿਹੋ ਜਿਹੀ ਹੈ, ਉਹਦਾ ਬਾਹਰਲਾ ਕਰਮ ਕਰਤਬ ਕਿੱਦਾਂ ਪਛਾਣੀਏ। ਸਚਿਆਰ ਦੀ ਇੱਕ ਪਹਿਚਾਣ ਹੈ। ਪਾਵਨ ਬਾਣੀ 'ਚ ਆਪਨੇ ਪੜ੍ਹੇ, ਪੱਲੇ ਸਾਚ, ਜਿਨ੍ਹਾਂ ਦੇ ਪੱਲੇ ਸੱਚ ਹੈ। ਪੱਲੇ ਸਾਚ ਸੱਚੇ ਸਚਿਆਰਾ। ਜਿਨ੍ਹਾਂ ਦੇ ਪੱਲੇ ਸੱਚ ਹੈ ਉਹ ਦਰਗਾਹ ਵਿੱਚ ਸੱਚੇ ਸਾਬਤ ਹੋਣਗੇ, ਉਹੀ ਸੱਚੇ ਨੇ। ਪੱਲੇ ਸਾਚ ਸੱਚੇ, ਉਹੀ ਸੱਚੇ ਨੇ। ਤੇ ਜੋ ਸੱਚੇ ਨੇ ਉਹ ਸਚਿਆਰ ਨੇ। ਜੋ ਸਚਿਆਰ ਨੇ ਉਹਨਾਂ ਨੂੰ ਇੱਕ ਹਿਦਾਇਤ ਸਤਿਗੁਰੂ ਮਿਲ ਜਾਏਗਾ। ਇੱਥੇ ਅਸੀਂ ਸਚਿਆਰ ਹੋਣ ਲਈ ਬੈਠਦੇ ਹਾਂ। ਇੱਥੇ ਇਸ ਕਰਕੇ ਸੰਗਤਾਂ 'ਚ ਵਡੇਰਿਆਂ ਕੋ ਬੈਠੀਦਾ ਕਿ ਸਾਡੇ ਪੱਲੇ ਵੀ ਸੱਚ ਪੈ ਜਾਏ, ਦੁਨੀਆ ਦੇ ਕੂੜ ਕਬਾੜ ਨੂੰ ਛੱਡ ਸਕੀਏ ਤੇ ਸੱਚ ਨੂੰ ਗ੍ਰਹਿਣ ਕਰ ਸਕੀਏ। ਜਦੋਂ ਇੱਥੋਂ ਉੱਠ ਕੇ ਜਾਈਏ ਸਾਡੇ ਪੱਲੇ ਸੱਚ ਹੋਵੇ, ਜਿਸ ਸੱਚ ਨੂੰ ਕੁਝ ਦੂਰ ਤੱਕ ਤੇ ਲੈ ਜਾਈਏ। ਉਹ ਸੱਚ ਦੇ ਨਾਲ 2 4 10 20 50 ਕਦਮ ਤੇ ਹੰਡੀਏ, ਘਰ ਤੱਕ ਤੇ ਜਾ ਕੇ ਸੱਚ ਤੱਕ ਹੰਡੀਏ। ਘਰ ਜਾ ਕੇ ਉਸ ਤੱਕ ਕੋਈ ਦੁਨੀਆ ਦੀ ਲੋੜ ਕਰਕੇ ਝੂਠ ਦਾ ਪ੍ਰਭਾਵ ਪਵੇ, ਪਰ ਕਮ ਸੇ ਕਮ ਉੱਥੋਂ ਤੱਕ ਤੇ ਸੱਚ ਨਾਲ ਲੈ ਚੱਲੀਏ। ਪਰ ਅਸੀਂ ਤੇ ਜੋੜੇ ਘਰ ਤੱਕ ਲੈ ਕੇ ਚਲੇ ਜਾ ਸਕਦੇ। ਸਾਡੇ 'ਚ ਬਹੁਤਿਆਂ ਦਾ ਸੱਚ ਤਾਂ ਇੱਥੇ ਪ੍ਰਸ਼ਾਦ ਲੈਂਦਿਆਂ ਲੈਂਦਿਆਂ ਇੱਥੋਂ ਸਕਿਪ ਹੋ ਜਾਂਦਾ ਹੈ, ਇੱਥੇ ਝੂਠ ਅੱਗੇ ਹਾਵੀ ਹੋ ਜਾਂਦਾ ਹੈ। ਸ਼ਾਇਦ ਪੁਰਾਣੇ ਬਜ਼ੁਰਗ ਕਹਿੰਦੇ ਸੀ ਪ੍ਰਸ਼ਾਦ ਵਰਤਾ ਤੇ ਕਲਯੁਗ ਆ ਜਾਂਦਾ। ਕਲਯੁਗ ਨਹੀਂ ਹੁੰਦਾ, ਅਸੀਂ ਸੱਤ ਛੱਡ ਬੈਠਦੇ ਹਾਂ। ਆਉਂਦਾ ਕੁਛ ਨਹੀਂ, ਅਸੀਂ ਹੀ ਹੱਥ ਢਿੱਲੇ ਕਰ ਬੈਠਦੇ ਹਾਂ, ਆਪਣੇ ਮਨ ਦਾ ਦਾਇਰਾ ਕਮਜ਼ੋਰ ਕਰ ਬੈਠਦੇ ਹਾਂ। ਸਾਡਾ ਹੀ ਧਿਆਨ ਭਟਕ ਕੇ ਦੂਜਿਆਂ 'ਤੇ ਚਲਾ ਜਾਂਦਾ ਤੇ ਦੂਜਾ ਤੇ ਕੂੜ ਹੋ ਸਕਦਾ ਹੈ ਨਾ। ਇਸ ਕਰਕੇ ਬੇਨਤੀ ਹੈ, ਹਰ ਜੀਉ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾ। ਮਹਾਰਾਜ ਬਸ ਸਤਿਗੁਰ ਨਾਲ ਮਿਲਾ ਦਿਓ, ਕੀ ਕਰੇਗਾ? ਸਤਿਗੁਰ ਦਾਤਾ ਮੇਲ ਮਿਲਾਵੋ। ਤੇ ਸਤਿਗੁਰੂ ਨਾਲ ਮਿਲਣ ਵਾਸਤੇ ਤੇ ਸਤਿਗੁਰੂ ਨਾਲ ਕੀ? ਹਰ ਨਾਮ ਦੇਵੋ ਆਧਾਰੇ। ਮਹਾਰਾਜ ਨੂੰ ਸਮਝ ਦਿਓ ਨਾਮ ਦੀ, ਆਧਾਰ ਹੋਵੇ ਨਾਮ ਦਾ, ਟਿਕਾਓ ਹੋਵੇ ਨਾਮ ਤੇ ਮਿਲਾਪ ਹੋਵੇ ਸਤਿਗੁਰੂ ਦੇ ਨਾਲ। ਅਸੀਂ ਕਰ ਸਕੀਏ। ਇਹਦੇ ਵਾਸਤੇ ਕੀ ਕਰਨਾ ਪਏਗਾ?
ਸਾਨੂੰ ਕੁਛ ਤੇ ਕਰਨਾ ਪਏਗਾ ਨਾ, ਤਾਂ ਕਿ ਸਾਨੂੰ ਸਤਿਗੁਰੂ ਮਿਲੇ, ਸਾਨੂੰ ਨਾਮ ਦਾ ਆਧਾਰ ਮਿਲੇ। ਮਹਾਰਾਜ ਕਹਿਣ ਲੱਗੇ ਕੁਛ ਕੰਮ ਕਰ ਲਓ, ਜੇ ਇਹ 2-3 ਕੰਮ ਕਰ ਲਓ ਤਾਂ ਤੁਹਾਨੂੰ ਕੁਛ ਮਿਲੇਗਾ। ਜਿਵੇਂ ਹੋਰ ਅੱਗੇ ਜਾ ਕੇ ਬੜਾ ਪਿਆਰਾ ਬਚਨ ਪੜ੍ਹਾਂਗੇ, ਜਿੱਥੇ ਅਸੀਂ ਸ਼ਬਦ ਪੜ੍ਹਦੇ ਨਾ, ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਉੱਥੇ ਵੀ ਕਹਿੰਦੇ ਨਾ ਸੱਚੇ ਪਾਤਸ਼ਾਹ ਅਸੀਂ ਇੱਕੋ ਪਿਤਾ ਮਾਤਾ ਦੇ ਬਾਲਕ ਆ ਨਾ। ਉੱਥੇ ਬੜੇ ਪਿਆਰ ਨਾਲ ਕਿਹਾ ਨਾ, ਭਾਈ ਤੁਸੀਂ ਮੈਨੂੰ ਕੋਈ ਦਾਤ ਦਿਓ, ਜਿਹਨਾਂ ਗੁਰੂ ਕੀ ਦਾਤ ਦਰਸ਼ਨ ਦੀ ਗੱਲ ਹੋ ਜੇ, ਦਰਸ਼ਨ ਦਿਓ ਮੈਨੂੰ, ਦਰਸ਼ਨ ਦੀ ਸਮਝਾ ਦਿਓ। ਅਤੇ ਉੱਥੇ ਕਹਿਣ ਲੱਗਾ ਆਪਣਾ ਆਪ ਤਿਆਗਣਾ ਪੈਣਾ, ਮਨ ਦੀ ਮੱਤ ਤਿਆਗਣੀ ਪੈਣੀ। ਕਰੈ ਸੋ ਭਲਾ ਮਨਾਈਐ, ਜੋ ਗੁਰੂ ਕਰ ਰਹੇ ਨੇ ਸਤ ਕਰਕੇ ਭਲਾ ਮੰਨਣਾ ਪੈਣਾ, ਆਪ ਆਪ ਤਿਆਗਣਾ ਪੈਣਾ। ਤਦ ਕਿਤੇ ਜਾ ਕੇ ਇਉਂ ਦਰਸ਼ਨ ਹਰ ਜੀਓ ਪਾਈ ਹੋਏਗਾ। ਜਦੋਂ ਤੁਸੀਂ ਆਪੇ ਆਪ ਦੀ ਮਤ ਵਿਚਾਰ ਨੂੰ ਤਿਆਗੋਗੇ, ਜੋ ਗੁਰੂ ਕਹਿ ਰਹੇ ਨੇ ਸਤ ਕਰਕੇ ਜਾਣੋਗੇ, ਤਦ ਕਿਤੇ ਜਾ ਕੇ ਦਰਸ਼ਨ ਦੀ ਗੱਲ ਤੱਕ ਪਹੁੰਚ ਹੋ ਜਾਓਗੇ। ਅੱਜ ਕਹਿਣ ਲੱਗੇ ਮਨਸਾ ਮਾਰ, ਵੀ ਉਹਨਾਂ ਨੂੰ ਤੇ ਮਿਲੇ, ਜਿਹੜੇ ਸਤਿਗੁਰੂ ਨੂੰ ਮਿਲੇ ਨੇ ਉਹਨਾਂ ਦੇ ਇਹ ਕਰਤੱਵ ਕਰਨੇ ਪਏ ਨੇ। ਮਨਸਾ ਨੂੰ ਮਾਰੇ ਹੈ। ਇੱਥੇ ਬੈਠੇ ਤਾਂ ਭਟਕਦੇ, ਕੌਣ ਭਟਕਾਉਂਦਾ ਸਾਨੂੰ? ਸਾਡੀ ਮਨਸਾ, ਮਨ ਦੇ ਵਿੱਚੋਂ ਨਿਕਲਿਆ ਹੋਇਆ ਫੁਰਨਾ ਸਾਨੂੰ ਬੇਚੈਨ ਕਰ ਦਿੰਦਾ ਹੈ। ਮਨ ਵਿੱਚ ਨਿੱਕਾ ਜਿਹਾ ਫੁਰਨਾ ਕੋਈ ਆ ਜਾਂਦਾ ਹੈ, ਉਹ ਨਿੱਕਾ ਜਿਹਾ ਫੁਰਨਾ ਹੀ ਸਾਨੂੰ ਸਾਡੇ ਸਤਿਗੁਰੂ ਤੋਂ ਤੋੜ ਦਿੰਦਾ। ਆ ਜਿਹੜੇ ਬੱਚੇ ਕੰਪਿਊਟਰਾਂ 'ਤੇ ਕੰਮ ਕਰਦੇ ਆ, ਅਸੀਂ ਗਾਹੇ ਬਗਾਹੇ ਆਪਣੇ ਘਰਾਂ 'ਚ ਦੇਖਦੇ, ਕਈ ਵਾਰ ਕੁਝ ਕਹਿੰਦੇ ਬੇਟਾ ਸਾਨੂੰ ਇਹ ਚੀਜ਼ ਡਾਊਨਲੋਡ ਕਰਕੇ ਜੋ ਅਸੀਂ ਸ਼ਬਦ ਸੁਣਨਾ ਹੈ ਜਾਂ ਕੋਈ ਆ, ਅਤੇ ਕੀ ਕਹਿੰਦਾ ਜੀ ਐਰਰ ਆ ਰਿਹਾ। ਮੈਂ ਤਾਂ ਕੋਸ਼ਿਸ਼ ਪੂਰੀ ਕਰ ਰਿਹਾ, ਪਰ ਫਾਈਲ ਡਾਊਨਲੋਡ ਨਹੀਂ ਹੋ ਰਹੀ, ਕਨੈਕਟ ਨਹੀਂ ਹੋ ਰਿਹਾ, ਐਰਰ ਆ ਰਿਹਾ। ਅਤੇ ਉਹਦਾ ਜਵਾਬ ਵੀ ਕਿਸੇ ਕੋ ਨਹੀਂ ਆ ਰਿਹਾ, ਅਤੇ ਕੀ ਕਰੀਏ? ਵੇਟ ਕਰਕੇ ਬਾਰ-ਬਾਰ ਫਿਰ ਵੇਟ ਕਰਕੇ ਸਾਡੇ ਵਿੱਚ ਵੀ ਕੁਛ ਐਰਰ ਹੈਗੇ ਨੇ, ਉਹ ਦੂਰ ਕਰਨੇ ਪੈਣੇ। ਉਹ ਕਹਿੰਦੇ ਮਨਸਾ, ਮਨ ਵਿੱਚੋਂ ਨਿਕਲਿਆ ਹੈ ਇੱਕ ਛੋਟਾ ਜਿਹਾ ਫੁਰਨਾ, ਇੱਕ ਛੋਟਾ ਜਿਹਾ ਵਿਚਾਰ ਹੀ ਸਾਡੇ ਅਤੇ ਸਾਡੇ ਸਤਿਗੁਰ ਦੇ ਵਿੱਚ ਐਰਰ ਬਣ ਜਾਂਦਾ ਹੈ, ਜਿਹਦੇ ਸਦਕੇ ਸਪਲਾਈ ਚੇਨ ਰੁਕ ਜਾਂਦੀ ਹੈ। ਮਨਸਾ ਮਾਰ, ਇਸ ਮਨਸਾ ਨੂੰ ਮਾਰਨਾ ਪੈਣਾ। ਮਨ ਮਾਰਨ ਦੀ ਗੱਲ ਆਪਾਂ ਬਹੁਤ ਵਾਰ ਪੜ੍ਹਦੇ ਹਾਂ, ਲੇਕਿਨ ਮਨ ਕਿੱਦਾਂ ਮਰੇਗਾ? ਮਨ ਨਹੀਂ ਮਰੇਗਾ, ਮਨਸਾ ਮਾਰਨੀ ਪਏਗੀ। ਮਨ ਤੇ ਜਿਸ ਸਰੂਪ 'ਚ ਕਰਤੇ ਨੇ ਦਿੱਤਾ ਉਸੇ ਤਰ੍ਹਾਂ ਰਹੇਗਾ, ਪਰ ਮਨ 'ਚੋਂ ਨਿਕਲੇ ਮਨਸਾਵਾਂ ਨੂੰ ਮਾਰ, ਮੇਰੀ ਮਨਸਾ ਕੀ ਹੈ, ਇਹ ਗੱਲ ਮਾਰਨੀ ਪਏਗੀ। ਕਹਿਣ ਲੱਗੇ ਮਨਸਾ ਮਾਰ ਦੁਬਿਧਾ ਸਹਿਜ ਸਮਾਣੀ। ਜਦੋਂ ਮਨਸਾ ਮਰ ਜਾਏਗੀ ਤੇ ਦੁਬਿਧਾ ਜਿਹੜੀ ਹੈ ਨਾ, ਪਤਾ ਨਹੀਂ ਹੋਏਗਾ ਕਿ ਨਹੀਂ, ਸਹਿਜ ਵਿੱਚ ਨਹੀਂ ਹੁਣ ਹੋਏਗਾ, ਟਿਕ ਜਾਏਗੀ। ਤੇ ਫਿਰ ਤੀਜੀ ਚੀਜ਼ ਮਿਲੇਗੀ, ਪਾਇਆ ਨਾਮ ਅਪਾਰਾ। ਇਹ 2-3 ਕੰਮ ਸਾਨੂੰ ਕਰਨੇ ਪੈਣੇ ਨੇ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਹਰ ਰਸ ਚਾਖ ਮਨ ਨਿਰਮਲ ਹੋਵਾ, ਕਿਲ ਬਿਖ ਕਾਟਣ ਹਾਰਾ। ਫਿਰ ਨਾਮ ਤੇ ਨਾਮ ਦੇ ਰਸ ਨੂੰ ਚਖਿਆ ਤੇ ਪ੍ਰਾਪਤੀ ਹੋਈ ਨਿਰਮਲਤਾ ਦੀ। ਤੇ ਜਿਹੜੇ ਨਿਰਮਲਤਾ ਨੂੰ ਪ੍ਰਾਪਤ ਹੋਏ ਉਹੀ ਸਤਿਗੁਰ ਦੇ ਨਾਲ ਜੁੜਨਗੇ, ਉਹੀ ਸਤਿਗੁਰ ਦੇ ਬਖਸ਼ਿਸ਼ ਨੂੰ ਪ੍ਰਾਪਤ ਕਰਨਗੇ। ਅਗਲੀਆਂ ਗੱਲਾਂ ਫਿਰ ਆਪਾਂ ਸ਼ਬਦ ਦੀ ਕੱਲ੍ਹ ਬੈਠ ਕੇ ਵਾਚਾਂਗੇ। ਗੁਰਦੇਵ ਕਿਰਪਾ ਕਰਨ ਲਈ ਪ੍ਰਾਪਤ ਕਰ ਸਕੀਏ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹੇ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ ਦਿਓ, ਕਿਉਂਕਿ ਅੱਜ ਸਮਝ ਆਉਂਦੀ ਹੈ ਕਿ ਸਤਿਗੁਰ ਤੋਂ ਟੁੱਟਣ ਕਰਕੇ ਹੀ ਦੁੱਖ ਲੱਗਦਾ। ਜਿਤਨੀ ਪਰੇਸ਼ਾਨੀ, ਕਲੇਸ਼, ਸੰਤਾਪ, ਦੁੱਖ ਜੋ ਕੁਝ ਵੀ ਹੈ, ਉਹ ਸਾਰੇ ਦੁੱਖ ਸੰਤਾਪ, ਸਭੇ ਦੁੱਖ ਸੰਤਾਪ ਜਨ ਤੁਧੋਂ ਭੁੱਲੀ ਹੈ। ਗੁਰਦੇਵ ਕਿਰਪਾ ਕਰਨ ਅਸੀਂ ਜੁੜ ਸਕੀਏ ਸੱਚ ਦੇ ਨਾਲ, ਅਰਦਾਸ ਕਰ ਸਕੀਏ। ਹਮਰੀ ਗਣਤਨ ਗਣੀਆਂ ਕਾਈ, ਆਪਣਾ ਬਿਰਦ ਪਿਛਾਣ, ਹਾਥ ਦੇ ਰਾਖੇ ਕਰੇ ਆਪਣੇ, ਸਦਾ ਸਦਾ ਰੰਗ ਮਾਣ। ਇਤਨ ਕੁ ਵਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।